ग੍ਰੰਥ ਸਾਹਿਬ ਮਹਾਰਾਜ की कृपा हुई तो गुरु नानक साहब महाराज के गुरपुरब वाले दिन रद्द हुए और गुरु तेग बहादुर साहब महाराज की शहादत वाले दिन ਜਿਹੜੀਆਂ ਗੱਲਾਂ ਰਹਿ ਗਈਆਂ ਉਹ ਪੂਰੀਆਂ ਕੀਤੀਆਂ। ਪਹਿਲਾਂ ਆਪਾਂ ਕਹਿੰਦੇ ਰਹੇ, ਸਾਡੀਆਂ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਰਹੀਆਂ ਕਿ ਧਾਰਮਿਕ ਨਾ ਬਣਾਓਗੀ, ਇਹ ਧਾਰਮਿਕ ਮੁੱਦਾ ਨਹੀਂ। ਫਿਰ ਜਦ ਜਿੱਤ ਗਏ ਫਿਰ ਦਰਬਾਰ ਸਾਹਿਬ ਨੂੰ ਸਿੱਧੇ ਸਾਰੇ ਕਹਿੰਦੇ ਸ਼ੁਕਰਾਨਾ ਕਰ ਦਈਏ। ਮੰਨੇ ਨੇ ਨਾ ਬੜੇ ਬੜੇ ਲੀਡਰ ਕਿ ਜੀ ਇਹ ਗੁਰੂ ਸਾਹਿਬ ਦੀ ਉਹ ਕਿਰਪਾ ਹੋਈ ਆ, ਸਾਡੇ ਤਾਂ ਨਹੀਂ ਕੁਛ ਨਹੀਂ ਦੀ ਪੱਲੇ। ਆਹ ਹੈ ਵੀ ਨਹੀਂ ਸੀ। गुरु तो बिना कोई काम हो ही नहीं सकता, थोड़ा भरोसा पैदा करना पड़ेगा। गुरु गोबिंद सिंह महाराज की वो कौम है जिहड़ी ना कदे हारूगी, ना कदे झुकूगी ते ना कदे मंग के खाऊगी। जिन्ना मर्जी स्टेट जोर ला लवे दिल्ली, सिख कौम किसी के मूहरे हथ नहीं फड़ाऊगी। ਆਪਾਂ ਤਾਂ ਦੂਸਰੀਆਂ ਨੂੰ ਦੇਣ वाले हैं ना दसबंध। अपने घरां च ਆਪਾਂ किड्डे कबीर बंदे आ, कोई मुर्दा खाली 500 मंगते हरेक दे आउंदे ते ਉਹ ਪੰਜਾਬ ਨਾਲ ਸੰਬੰਧਿਤ ਨਹੀਂ ਹੈਗੇ। 2 ਕਰੋੜ ਤੋਂ ਉੱਤੇ ਸਿੱਖ ਕੌਮ ਦੀ ਆਬਾਦੀ ਹੈ, ਪੂਰੀ 2 ਕਰੋੜ ਤੋਂ ਉੱਤੇ ਹੈ, 3 ਕਰੋੜ ਤੋਂ ਘੱਟ ਹੈ। ਤੇ ਆਪਣੇ ਗੁਰੂ ਘਰਾਂ 'ਚ ਲੰਗਰ ਕਿੰਨਾ ਛਕਦੀ ਹੈ? 7 ਕਰੋੜ 7 ਕਰੋੜ ਸੰਗਤ ਲੰਗਰ ਛਕਦੀ ਹੈ। ਫਿਰ ਉਹ ਕੌਮ ਕਿਵੇਂ ਭੁੱਖੀ ਮਰ ਜਾਊਗੀ? ਇਹ ਕੌਮ ਨੂੰ ਕੋਈ ਮੁਕਾ ਹੀ ਨਹੀਂ ਸਕਦਾ, ਸਿਰਫ ਤੇ ਸਿਰਫ ਨਾ ਕੋਈ ਲੀਡਰ ਖਤਮ ਕਰ ਸਕਦਾ। ਕਿਹੜਾ ਲੀਡਰ ਦੀ ਕਿਸਾਨੀ ਸੰਘਰਸ਼ ਵਿੱਚ ਦੇਖੇ ਗਏ ਆਪਾਂ, ਕਿਸੇ ਨੇ ਸਾਥ ਨਹੀਂ ਦਿੱਤਾ। ਉਸ ਗੁਰੂ ਦੇ ਭਰੋਸਾ ਵੀ ਆਮ ਦੀ ਤੁਹਾਡੇ ਮੇਰੇ ਵਰਗੇ, ਔਰ ਜਿਹੜੇ 4 ਕਰੋੜ ਲਾਉਂਦੇ ਸੀ ਤੇ ਉਹ ਆਪਾਂ ਲਿਮਟਾ ਚੱਕ ਹੀ ਲਾਉਂਦੇ ਸੀ ਜਾਂ ਆੜਤੀਆਂ ਤੋਂ ਫੜ ਕੇ ਲਾਉਂਦੇ ਸੀ, ਲੇਕਿਨ ਵਸਤਾ ਕਰਾਤੀ ਨਾ ਦਿੱਲੀ ਦੀ। ਜਿਹੜਾ ਨਰਿੰਦਰ ਮੋਦੀ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦਾ ਸੀ, ਜਿਹੜਾ RSS ਵਾਲੇ ਇਹ ਕਹਿੰਦੇ ਸੀ ਕਿ ਇਸ ਦੇਸ਼ ਦਾ ਹਿੰਦੂ ਰਾਸ਼ਟਰ ਬਣਾ ਕੇ ਛੱਡਾਂਗੇ, 50 ਸਾਲ ਲਗਾਤਾਰ ਹਿੰਦੂ ਰਾਸ਼ਟਰ ਬਣਾਉਣ ਤੇ ਕੰਮ ਕੀਤਾ ਸੀ ਤੇ 50 ਸਾਲ ਸਿੱਖ ਕੌਮ ਨੇ ਪਿੱਛੇ ਪਾਤਾ। 50 ਸਾਲ ਹਿੰਦੂ ਰਾਸ਼ਟਰ ਦਾ ਨਾਮ ਨਹੀਂ ਲੈਂਦੇ। ਇਸ ਕਰਕੇ ਆਪਾਂ ਨੂੰ ਆਪਣੇ ਕਿਰਦਾਰਾਂ 'ਚ ਵਾਪਸ ਆ ਕੇ ਦਿੱਲੀ ਦੇ ਸਾਹਮਣੇ ਖੜਨ ਦੀ ਲੋੜ ਹੈ। ਬਖਸ਼ਿਸ਼ ਗੁਰੂ ਨੇ ਕਰਨੀ ਹੁੰਦੀ ਹੈ। ਸੱਚ ਤੇ ਪਹਿਰਾ ਜੇ ਤੁਸੀਂ ਦਿਓਗੇ ਫਿਰ ਕੋਈ ਕੁਝ ਨਹੀਂ ਕਰ ਸਕਦਾ। ਕਰਨਾ ਇਹਨਾਂ ਕੋਲ ਕੀ ਆ? ਅਸੀਂ ਬੋਲ ਰਹੇ ਹਾਂ, ਦੀਪ ਵੀ ਬੋਲ ਰਿਹਾ ਸੀ, ਮੈਂ ਵੀ ਬੋਲ ਰਿਹਾ। ਕੀ ਕਰਿਆ? 3 ਮਹੀਨੇ ਦੀਪ ਨੂੰ ਅੰਦਰ ਸਿੱਟਦਾ ਸੀ, 5 ਮਹੀਨੇ ਉਹ ਸਿੱਟਣ, ਕੋਈ ਗੱਲ ਨਹੀਂ। ਇਹ ਮੁੱਕਦੇ ਨਹੀਂ ਹੁੰਦੇ। ਦੀਪ ਘਰ ਘਰ ਪੈਦਾ ਹੋ ਜਾਣੇ ਨੇ। ਜਦੋਂ ਸੰਤ ਜਰਨੈਲ ਸਿੰਘ ਨੂੰ ਦਰਬਾਰ ਸਾਹਿਬ ਤੇ ਅਟੈਕ ਕੀਤਾ, ਉਸ ਵੇਲੇ ਇੰਦਰਾ ਗਾਂਧੀ ਪੱਲਾ ਝਾੜ ਕੇ ਬੇਬੀ ਦੀ ਲੈ ਵੀ ਨਵੇੜ ਤੇ। ਉਸ ਤੋਂ ਬਾਅਦ ਫਿਰ ਛੱਡਿਆ ਕੋਈ ਜਿਹਨੇ ਕੌਮ ਨਾਲ ਟਕਰਾਇਆ? ਘਰਾਂ 'ਚ ਜਾ ਕੱਢ ਲਿਆਂਦੇ, ਜਿੰਦੇ ਸੁੱਕੇ ਹੋਣੀ ਫਿਰ ਹੋ ਗਏ ਸੀ ਨਾ ਪੈਦਾ। ਕਿਹਨੇ ਕੀਤੇ? ਜਗਤਾਰ ਸਿੰਘ ਹਮਾਰਾ ਜਦ ਅਸੀਂ 60 ਰੁਪਏ 70 ਰੁਪਏ ਸਾਈਕਲ ਤੇ ਘੁੰਮਦੇ ਹੁੰਦੇ ਸੀ ਨਾ, ਉਸ ਵੇਲੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬੁਲਟ ਮੋਟਰਸਾਈਕਲ ਤੇ ਘੁੰਮਦਾ ਹੁੰਦਾ ਸੀ। ਆ ਕੋਲ ਪਿੰਡ ਹਮਾਰਾ, ਮੇਰੇ ਨਾਲ ਚੱਲਿਓ, ਅਸੀਂ ਜਾਂਦੇ ਰਹਿੰਦੇ ਆ। ਉਸ ਵੇਲੇ 85 'ਚ ਉਹਦੇ ਕੋਲ ਕੋਠੀ ਸੀ ਬਣਾਈ ਹੋਈ, ਲੇਕਿਨ ਗੁਰੂ ਨੇ ਕਿਰਪਾ ਉਹਦੇ ਤੇ ਕੀਤੀ ਤੇ ਕਿੱਡਾ ਇਤਿਹਾਸ ਲਿਖ ਗਿਆ। ਇਹ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਉਹਦੀ ਕਿਰਪਾ ਨਾਲ ਸਾਰਾ ਕੁਝ ਹੁੰਦਾ। ਦੀਪ ਸਿੱਧੂ ਤੇ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ। ਤੇ ਹੁਣ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਜੇਕਰ ਸੱਚਮੁੱਚ ਹੀ ਦੀਪ ਸਿੱਧੂ ਨੂੰ ਪਿਆਰ ਕਰਦੇ ਹੋ ਜਾਂ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦੇ ਹੋ, ਉਹਦੀ ਸੋਚ ਨੂੰ ਅੱਗੇ ਲੈ ਕੇ ਜਾਈਏ। ਉਹਦੀ ਸੋਚ ਨੂੰ ਜਿਹੜੀ ਉਹ ਪੰਜਾਬ ਪ੍ਰਤੀ, ਸਿੱਖ ਕੌਮ ਪ੍ਰਤੀ ਗੱਲ ਕਰਦਾ ਸੀ ਨਾ, ਪਾਤਸ਼ਾਹੀ ਦਾਅਵੇ ਦੀ, ਪਾਤਸ਼ਾਹੀ ਦਾਅਵਾ ਨਾ ਸੰਤ ਜਰਨੈਲ ਸਿੰਘ ਉਹਨਾਂ ਨੇ ਕਰਿਆ, ਨਾ ਦੀਪ ਨੇ ਕਰਿਆ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਨਾ ਕਿ ਪਾਤਸ਼ਾਹੀ ਦਾਅਵਾ ਸਾਡੀ ਕੌਮ ਦਾ ਇਹ ਤੋਂ ਘੱਟ ਨਹੀਂ ਹੈਗਾ। ਮਾਨਸਿਕ ਗੁਲਾਮੀ ਜਿੰਨਾ ਚਿਰ ਆਪਾਂ ਖਤਮ ਨਹੀਂ ਕਰਦੇ ਸਟੇਟ ਦੀ, ਉਹਨਾਂ ਚਿਰ ਆਪਾਂ ਆਪਣੇ ਹੱਕਾਂ ਲਈ ਕਦੇ ਲੜੇ ਨਹੀਂ ਸਕਦੇ। ਲੜਾਂਗੇ ਤਾਂ ਜੇ ਮਾਨਸਿਕ ਗੁਲਾਮੀ ਖਤਮ ਕਰ ਲਾਂਗੇ। ਮਾਨਸਿਕ ਗੁਲਾਮੀ ਸਭ ਤੋਂ ਖਤਰਨਾਕ ਹੁੰਦੀ ਹੈ ਜਿਹੜੀ ਕੌਮ ਤੇ ਮਾਨਸਿਕ ਗੁਲਾਮੀ ਆ ਜਾਵੇ। ਲੇਕਿਨ ਆਪਣੇ ਤੇ ਦੇਖੋ ਬਾਰ-ਬਾਰ ਇਹ ਲਿਆਉਂਦੇ ਨੇ, ਇਹੋ ਜਿਹਾ ਸਿਸਟਮ ਬਣਾ ਦਿੰਦੇ ਨੇ ਕਿ ਆਪਾਂ ਨੂੰ ਉਸ ਗੱਲ ਦੇ ਵਿੱਚ ਇਹ ਅਲਝਾ ਲੈਂਦੇ ਨੇ। ਲੇਕਿਨ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ, ਫਿਰ ਉਹ ਮਾਨਸਿਕ ਗੁਲਾਮੀ ਆ ਇਹਨਾਂ ਦਾ ਜਿਹੜਾ ਸ਼ਿਆਂਤਰੇ ਮੁੰਡੇ ਨੇ ਉਹ ਸਾਰਾ ਟੁੱਟ ਜਾਂਦਾ ਹੈ। ਉਹ ਤੋੜਦਾ ਕੌਣ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ। ਅੱਜ ਵੀ ਨੌਜਵਾਨੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਨਸ਼ੇ ਨੂੰ ਤਿਆਗ ਦਿਓ ਪੱਕੇ ਤੌਰ ਤੇ, ਕਿਉਂਕਿ ਨਸ਼ਾ ਜਿਹੜੀ ਮਰਜ਼ੀ ਕੌਮ ਹੋਵੇ, ਜਿੱਡੀ ਮਰਜ਼ੀ ਤਾਕਤਵਰ ਕੌਮ ਹੋਵੇ, ਨਸ਼ਾ ਕੌਮਾਂ ਨੂੰ ਖਤਮ ਕਰ ਦਿੰਦਾ ਹੈ। ਜਦ ਆਪਾਂ ਨਸ਼ੇ ਨੂੰ ਤਿਆਗਦਾ ਫਿਰ ਤੁਹਾਨੂੰ ਆਪਣੇ ਹੱਕਾਂ ਲਈ ਪਤਾ ਲੱਗਣ ਲੱਗ ਜੂ ਵੀ ਸਾਡੇ ਹੱਕ ਕੀ ਨੇ। ਜਿੰਨਾ ਚਿਰ ਪੰਜਾਬ ਰਾਜਾਂ ਦੇ ਵੱਧ ਅਧਿਕਾਰਾਂ ਦੀ ਗਵਾਹੀ ਕਰਦਾ ਸੀ ਨਾ, ਸ਼੍ਰੋਮਣੀ
अकाली दल पंथक अपनी पार्टी सीगी, जिन्ना चिर राज्यां दे वध अधिकारां दी गल करी अकाली दल ने, उन्ना चिर अकाली दल दी तूती बोलदी सी कि सारे खेतरी पार्टी सी, सारे आपां पंथक पार्टी समझदे सी। जिद्दण तो राज्यां दे वध अधिकारां दी और ये सारे जिहड़े स्टेटां दे अधिकार सी वो छापे ते अज फिलहाल देख लो की कर लिया, पंजाबी पार्टी बना के बीजेपी के थले ला के। मेरे को सारे सीनियर अकाली आउंदे हुंदे सी, मैं उन्होंने इक्को गल कहंदा सी, पुछ लियो, मैं नाम लेके नहीं दस दूं, सामने जाके भी कह दूं कि बीजेपी का खेड़ा छड्ड दो, बीजेपी ने इस पार्टी को खत्म कर देना है। और अज बीजेपी का जोर सब तो वध अकाली दल को खत्म करने लग्या होया। स्टेट ने सारी मशीनरी चौकी हुई है कि इस पंथक पार्टी का इतों सदा नहीं नामो निशान मिटा दिए। और जिन्ना चेरे वापस नहीं ना आते सुखबीर होनी, उन्ना चेर हाल इतों भी माड़ा होना है, इतों भी माड़ा होना है कि अज लंबी सीट से एक 96 साल के बजुर्ग को खड़ाउण की लोड़ पैगी, जिहड़ा तुरन नूं भी दसदा, जिन्हों फड़ के 4 बंदे ले जाते हैं। आह हालत हो गई कि यार शायद वो नौ से एक तो जित ली है। तुसीं अज भी मैं तुहानूं कहना कि इकट्ठे होकर राज्यां दे वध अधिकारां दी, अपने पाणियां दे मसले ते जिन्ना चिर तुसीं डट के खड़दे नहीं, उन्ना चिर कोई मसला नहीं हल होना। 16-17 साल का पानी रह गया धरती के थल्ले। एक रिकॉर्ड च है, कानून च है कि हरेक नहर तो हरेक पिंड नूं पानी आउंदा। आपां वो नहीं लै रहे, आपां बोर डूंघे करी जा रहे हैं ते होरां राज्यां नूं अपना पानी जा रहा है। 16-17 साल बाद फिर भी करेंगे। इस वास्ते सारियां दे चरनां विच इह हत्थ बन के बेनती है कि पार्टियां बाजियां छड्ड के इस पंजाब नूं, इस 10 गुरु साहिबान की धरती नूं बचाउण वास्ते गुरु ग्रंथ साहिब महाराज की और एक निशान साहब की अगवाई हेठ इकट्ठे होकर दिल्ली के सामने खड़जो के हक लेने ने। नहीं हक मिलने, चाहे किसी पोलीटिकल पार्टी चो, जिन्ना चिर पंजाब के हकों की आपां खड़े नहीं होंदे, लड़ते नहीं, उन्ना चिर पंजाब का कुछ नहीं बनना। आपां नूं खड़ना ही खड़ना पैना। संत जरनैल सिंह 84 च कहते होंदे सी कि खड़ जो, चाहे 84 च खड़ जाते, चाहे अज खड़ जाओ, चाहे 40 साल फिर खड़ जाओ, खड़ना ही खड़ना पैना गुरु ते भरोसा रख के। यही गल्लां सीगियां, यही दीप सिद्धू नूं अपनी असल श्रद्धांजलि ये होगी कि जेकर जिहड़ियां वो गल्लां कह के गया आपां उहदे पाए पूरनिਆਂ ते चलीए। पार्टीबाजी छड्ड के गुरु नूं समर्पित हो गए, गुरु ग्रंथ साहिब महाराज नूं गुरु ते भरोसा रख के फिर सारे मसलियां दा हल है। गुरु ग्रंथ साहिब दा सारा कुछ दर्ज है ना, उदों तां आपां बाहर जा नहीं सकते। इस करके गुरु बड़ा समर्थ है अज भी, बस सिर्फ लोड़ है उहदे ते भरोसे दी। भरोसा करके अपने आप ते भरोसे दी भी लोड़ है कि आपां कौन है। अपने बुजुर्गों का आपां पढ़ी जाते हैं कि बाबा बंदा सिंह बहादुर ने इट ना इट खड़का दी, आपां हुण दिल्ली दी खड़का के आए हैं। जे पंजाब का नौजवान लाल किले ते झंडा अज की डेट च चढ़ा सकता है ना, तो फिर पंजाब सिख कौम कुछ भी कर सकती है। ये सिर्फ ते सिर्फ विश्वास पैदा करने की लोड़ है अपने आप च, गुरु ते भरोसा प्रगट करने की लोड़ है। गुरु हमेशा ही सन्मुख हुंदा, हमेशा ही अपने सिख दे नाल रहिंदा। तुसीं गुरु ते विश्वास रखो, गुरु हर वक्त तुहाडे नाल है। गुरु नहीं कदे पिठ लगन दिंदा हुंदा, पर यह भरोसा प्रगट करने की लोड़ है। दीप सिद्धू नूं एक गुरु ते भरोसा सी, उस नौजवान नूं सच्ची श्रद्धा के फुल पा भेंट करिए कि सारे मन मुटाव मिटे के खत्म करके पंजाब के वध अधिकारां लई, राज्यां के वध अधिकारां लई लीड करिए, जिवें पुराने समय अपने बजुर्ग करते हुंदे सी। नहीं तो देख लियो एग्जिट पोल जे चलते ने, मेजोरिटी बंदियां ने तो इस संघर्ष 10 नूं कल नूं भुल जाना, फिर ढोल चक लेने ने उन्हां दी। जिहड़ा जित गया तुहानूं कुछ नहीं देना, ढोल बजा लियो, भंगड़े पा लियो, तुहानूं किसी पोलीटिकल बंदे ने कदे कुछ नहीं देना, ना अज तक दिता। जे दिता किसी नूं मैनूं हत्थ खड़ा करके दस दिओ भी मेरा घर भाग ने तारता, लुटिया जरूर हो तुहानूं। जिहड़ा इन्हां नाल लगदे ने ना पोलीटिकल बंदियां नाल अपने बना दिंदे ने घड़ा चौधरी, पता कर लियो साडे फतेहगढ़ साहब जिले च 40-45 ने जिन्हां दा राम नाम सत करता, सारियां जमीनां जायदादां चकतीआं। इस करके सादगी विच रह के गुरु नूं समर्पित होकर पंजाब की सिख कौम की गल करिए, गुरु ग्रंथ साहिब महाराज ते भरोसा रखिए। गुरु हाजिर नाजर है, इस कौम नूं खत्म ना कोई कर सकिया ते ना कोई कर सकूगा। बार बार दीप सिद्धू भी पैदा
ਜਰਨੈਲ ਸਿੰਘ ਨੂੰ ਵੀ ਜਨਮ ਲੈਂਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਤਲਵਾੜਾ, ਜਿਨ੍ਹਾਂ ਨੇ ਦੀਪ ਸਿੱਧੂ ਵੀਰ ਦੇ ਨਾਲ ਕਾਫੀ ਲੰਬਾ ਸਮਾਂ ਬਿਤਾਇਆ ਤੇ ਉਹਨਾਂ ਨੇ ਆਪਣੇ ਜੀਵਨ ਪ੍ਰਤੀ ਤੇ ਕਿਸਾਨੀ ਸੰਘਰਸ਼ ਪ੍ਰਤੀ ਜੋ ਵਾਰਤਾਲਾਪ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅਸੀਂ ਹੁਣ ਬੇਨਤੀ ਕਰਦੇ ਹਾਂ ਸਾਡੇ ਛੋਟਾ ਵੀਰ ਜੱਗੀ ਸਰਪੰਚ ਸਾਹਿਬ ਕਣਕੋਈਆਂ ਵਾਲੇ, ਉਹ ਵੀ 5 ਮਿੰਟ ਵਾਸਤੇ ਸਾਡੇ ਨਾਲ ਸਟੇਜ ਤੇ ਆਇਆ ਜੀ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿੰਨੇ ਵੀ ਮੇਰੀਆਂ ਭੈਣਾਂ ਵੀਰ ਬਜ਼ੁਰਗ ਬੈਠੇ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਡੇ ਵੀਰ ਬਲਵਿੰਦਰ ਸਿੰਘ ਤਲਵਾੜਾ ਜੀ ਬੋਲ ਕੇ ਗਏ ਨੇ, ਤੁਹਾਨੂੰ ਸਾਡਾ ਤਾਂ ਬੋਲਣਾ ਰਹਿ ਨਹੀਂ ਗਿਆ ਕਿਉਂਕਿ ਸਾਰੀਆਂ ਗੱਲਾਂ ਹੀ ਤੁਹਾਨੂੰ ਵਿਸਤਾਰਪੂਰਵਕ ਉਹਨਾਂ ਦੱਸਦੀ। ਕਿੱਦਾਂ ਅੱਜ ਆਪਾਂ ਸਮਾਗਮ ਰੱਖਿਆ, ਸਾਡੇ ਯੋਧੇ ਸੰਦੀਪ ਸਿੰਘ ਦੀਪ ਸਿੱਧੂ ਦੇ ਸੰਬੰਧ ਦੇ ਵਿੱਚ ਉਹਨੂੰ ਸਾਡਾ ਤੇ ਜਿਹੜਾ ਉਹਦੀ ਅੰਤਮ ਅਰਦਾਸ ਦੇ ਵਜੋਂ ਆਪਾਂ ਇਹ ਪ੍ਰੋਗਰਾਮ ਲਿਖਿਆ ਗਿਆ, ਸਾਰੀ ਸੰਗਤ ਆਈ ਆ ਤੇ ਉਹਦੀ ਸੋਚ ਦੇ ਮੁਤਾਬਕ ਚੱਲਣ ਦੀ ਅੱਜ ਸਾਡੇ ਨੌਜਵਾਨਾਂ ਨੂੰ ਲੋੜ ਆ। ਤੇ ਜਿਹੜੀਆਂ ਵੱਡੀਆਂ ਗੱਲਾਂ ਨੇ ਸਾਡੇ ਤਲਵਾੜਾ ਸਾਹਿਬ ਕਹਿ ਚੁੱਕੇ ਨੇ ਤੁਹਾਨੂੰ ਕਿ ਅੱਜ ਇਕੱਠੇ ਹੋ ਜਾਓ ਪਿੰਡਾਂ ਦੇ ਵਿੱਚ ਤੇ ਆਪਣੇ ਹੱਕਾਂ ਦੀ, ਜਿੱਦਾਂ ਉਹਨਾਂ ਨੇ ਖੁਦ ਮੁਖਤਿਆਰੀ ਦੀ ਗੱਲ ਕਰੀ ਆ, ਸਾਨੂੰ ਵੀ ਅੱਜ ਉਸ ਜਿਹੜੀ ਉਹਦੀ ਸੋਚ ਆ ਉਹਦੇ ਪਹਿਰਾ ਦੇਣ ਦੀ ਲੋੜ ਆ। ਤੇ ਜਿੱਦਾਂ ਕਹਿੰਦਾ ਸਦਾ ਜੱਗ ਤੇ ਜਿਉਂਦੀਆਂ ਰਹਿਣ ਕੌਮਾਂ, ਜਿਹੜੀਆਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਮੁੱਲ ਪੈਂਦਾ ਸਦਾ ਕੁਰਬਾਨੀਆਂ ਦਾ, ਚਾਹੇ ਅੱਜ ਪੈ ਜੇ ਚਾਹੇ ਕੱਲ੍ਹ ਪੈ ਜੇ। ਕਿਉਂਕਿ ਜਿਹੜੀਆਂ ਸਾਡੀਆਂ ਸਿੱਖ ਕੌਮ ਦੀਆਂ ਕੁਰਬਾਨੀਆਂ ਨੇ, ਜਿਹੜੇ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਨੇ, ਉਹ ਕਦੇ ਵੀ ਜਾਇ ਨਹੀਂ ਜਾਂਦੀਆਂ। ਜਿੱਥੇ ਸਾਨੂੰ ਦੁੱਖ ਹੋਇਆ ਸਾਡੇ ਵੀਰ ਦਾ ਜਾਣ ਦਾ, ਦੀਪ ਸਿੱਧੂ ਦਾ, ਉੱਥੇ ਸਾਡੀ ਕੌਮ ਨੂੰ ਇੱਕ ਜਾਗ ਵੀ ਲਾ ਕੇ ਗਏ ਨੇ ਕਿ ਅੱਜ ਨੌਜਵਾਨਾਂ ਨੂੰ ਉਹਨਾਂ ਦੇ ਪਾਏ ਪੂਰੇ ਤੇ ਚੱਲਣ ਦੀ ਲੋੜ ਆ। ਮੈਂ ਜ਼ਿਆਦਾ ਸਮਾਂ ਨਾ ਲੈਂਦਾ, ਸਾਰੀ ਸੰਗਤ ਤੋਂ ਮਾਫੀ ਮੰਗਦਾ, ਸਮਾਂ ਬਹੁਤ ਜ਼ਿਆਦਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੇ ਸੋਨਿਹਾ, ਸਤਿ ਸ੍ਰੀ ਅਕਾਲ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਡੇ ਬਹੁਤ ਹੀ ਅਹਿਮ ਨਗਰ ਪਿੰਡ ਧਮੋਟ ਵੱਲੋਂ ਸਾਡੇ ਕੌਮੀ ਯੋਧੇ ਸਿੱਖ ਕੌਮ ਦੀ ਇੱਕ ਉਮੀਦ ਜਿਹੜੀ ਸਾਤੋਂ ਖੋਲੀ ਗਈ ਆ, ਉਹਦੀ ਯਾਦ ਕਰਾਏ ਗਏ ਸਮਾਗਮਾਂ 'ਚ ਇਕੱਠੀ ਹੋਈ। ਮੈਂ ਤਾਂ ਇਹੀ ਕਹੂੰਗਾ ਵੀ ਪੰਜਾਬ ਤੇ ਸਿੱਖ ਕੌਮ ਦੀ ਚਿੰਤਾ ਲਈ ਇਕੱਠੀ ਹੋਈ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾਵੋ, ਆਪਾਂ ਚਾਹੇ ਥੋੜੇ ਹੀ ਇਕੱਠੇ ਹੋਏ ਆ, ਪਰ ਅੱਜ ਆਪਣਾ ਇਕੱਠ ਹੋਇਆ ਉਹ ਬੰਦਿਆਂ ਦਾ, ਉਹ ਲੋਕਾਂ ਦਾ ਜਿਹੜੇ ਅੱਜ ਇਸ ਚਿੰਤਾ 'ਚ ਆ ਵੀ ਅਸੀਂ ਪੰਜਾਬ ਲਈ, ਸਿੱਖ ਕੌਮ ਲਈ, ਸਾਡੀ ਹੋਂਦ ਲਈ ਲੜਨਾ। ਕਿਉਂਕਿ ਜਿੰਨਾ ਚੱਕਰ ਸਾਡੀ ਕੌਮ ਨੂੰ, ਸਾਡੇ ਪੰਜਾਬ ਦੇ ਵਾਸੀਆਂ ਨੂੰ, ਸਾਡੀ ਨਵੀਂ ਜਨਰੇਸ਼ਨ ਨੂੰ, ਯੂਥ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡਾ ਇਤਿਹਾਸ ਕੀ ਸੀ, ਸਾਡਾ ਗਵਾਚਿਆ ਕੀ ਆ, ਸਾਡੇ ਨਾਲ ਧੋਖਾ ਕੀ ਹੋਇਆ ਸੀ, ਉਹ ਤੋਂ ਬਾਅਦ ਅਸੀਂ ਪ੍ਰਾਪਤ ਕੀ ਕਰਨਾ। ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਹੜੀ ਪ੍ਰਾਪਤੀ ਲਈ ਲੜਨਾ। ਦੇਖੋ, ਇੱਕ ਬਹੁਤ ਅਹਿਮ ਚੀਜ਼ ਤੁਸੀਂ ਸਾਰਿਆਂ ਨੇ ਸੁਣਿਆ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸਿੱਖ ਰਾਜ, ਵਿਸ਼ਵ ਵਿੱਚ ਇੱਕ ਆਪਦੀ ਅਲੱਗ ਛਾਪ ਛੱਡ ਕੇ ਗਿਆ। ਇੱਕ ਮੁੱਠੀ ਭਰ ਛੋਟੀ ਜਿਹੀ ਕੌਮ ਦਾ ਰਾਜ, ਜਿਹਨੇ ਉਹਨਾਂ ਸਮਿਆਂ 'ਚ ਪੜ੍ਹਨਾ ਸਿੱਖ ਲਿਆ ਸੀ। ਸਭ ਤੋਂ ਪਹਿਲਾ ਮਹਾਰਾਜਾ ਸੀ ਸਾਡਾ, ਜਿਹਨੇ ਸਾਨੂੰ ਵਪਾਰ ਕਰਨ ਲਾਤਾ ਸੀ ਜ਼ਮੀਨਾਂ
ਸਿੱਖਾਂ ਦੇ ਹੱਕ ਦਿੱਤੇ ਸੀ। ਬਾਕੀ ਰਾਜ ਜਨਤਾ ਨੂੰ ਅਗਿਆਨਤਾ 'ਚ ਰੱਖਦੇ ਸੀ, ਅਮੀਰ ਨਹੀਂ ਸੀ ਹੋਣ ਦਿੰਦੇ ਵੀ ਸਾਡਾ ਰਾਜ ਬਰਕਰਾਰ ਰਹੇ। ਭਰਾਵੋ, ਉਹ ਸਾਡਾ ਗਿਆ। ਉਸ ਤੋਂ ਬਾਅਦ ਇਹ ਹਿੰਦੁਸਤਾਨ ਦੇ ਵਾਸੀਆਂ ਨੂੰ ਲੋੜ ਪਈ, ਕਿਉਂਕਿ 2-3 ਸਾਲ ਤੋਂ ਗੁਲਾਮ ਸੀ। ਇਹਨਾਂ ਨੂੰ ਇਹ ਸ਼ਾਤਰ ਦਿਮਾਗ ਇਹਨਾਂ ਨੂੰ ਪਹਿਲਾਂ ਦਿੱਤੇ ਨੇ, ਸਾਨੂੰ ਜੋਸ਼ ਦਿੱਤਾ, ਜਜ਼ਬਾਤ ਦਿੱਤੇ ਨੇ। ਇਹਨਾਂ ਨੇ ਦਿਮਾਗ ਨਾਲ ਦੇਖਿਆ, ਸੋਚਿਆ ਵੀ ਹੁਣ ਸਾਡੇ ਗੁਲਾਮੀ ਦੇ ਸੰਗਲ ਕੌਣ ਦਾ ਹੋਊ। ਉਸ ਕੰਮ ਲਈ ਸਿੱਖਾਂ ਨੂੰ ਚੁਣਿਆ ਗਿਆ। ਸਾਡਾ ਯਾਰ ਆਪਦਾ ਵਧੀਆ ਦੇਸ਼ ਸੀ, ਖੁਸ਼ਹਾਲ ਪੰਜਾਬ ਸੀ। ਜੇ ਬ੍ਰਿਟਿਸ਼ ਨੇ ਬਾਕੀ ਦੇਸ਼ ਛੱਡਣੇ ਸੀ, ਸਾਡਾ ਪੰਜਾਬ ਵੀ ਛੱਡਣਾ ਸੀ। ਇਹਨਾਂ ਦਾ ਕੀ ਸੀ? ਇਸ ਕਰਕੇ ਇਹਨਾਂ ਨੇ ਸਾਨੂੰ ਚੁਣ ਲਿਆ, ਸਾਤੋਂ ਦੇਸ਼ ਛਡਵਾ ਲਿਆ ਬੜੇ ਬੜੇ ਵਾਅਦੇ ਕਰਕੇ। ਜਦ ਦੇਸ਼ ਛੁੱਟ ਗਿਆ, ਇਹਨਾਂ ਦੀ ਸੰਵਿਧਾਨ ਬਣ ਗਿਆ, ਇਹਨਾਂ ਨੇ ਆਪਦੀ ਲੋਕ ਸਭਾ ਬਣਾ ਲਈ। ਉਹਦੇ 'ਚ ਪਹਿਲਾ ਧੋਖਾ ਪੰਜਾਬੀਆਂ ਨੇ ਕੀਤਾ, ਸਿੱਖਾਂ ਨੇ ਕੀਤਾ। ਜਦ ਸਿੱਖ ਆਪਦੇ ਹੱਕ ਲੈਣ ਲਈ ਗਏ ਨਹਿਰੂ ਕੋਲ, ਉਹਨੇ ਮਿਲਣਾ ਠੀਕ ਨਹੀਂ ਸਮਝਿਆ। ਫਿਰ ਸਾਡੇ ਲੀਡਰ, ਠੱਗੇ ਹੋਏ ਲੀਡਰ, ਠੱਗੇ ਗਏ ਸੀ ਨਾ ਉਹ, ਫਿਰ ਉਹਨਾਂ ਨੇ ਗਾਂਧੀ ਕੋਲ ਜਾਣਾ ਠੀਕ ਸਮਝਿਆ ਵੀ ਗਾਂਧੀ ਸਾਲਸ ਸੀ ਸਾਡਾ, ਜਿਹਨੂੰ ਰਾਸ਼ਟਰਪਿਤਾ ਦਾ ਖਿਤਾਬ ਦਿੱਤਾ ਹੋਇਆ ਇਹ ਹਿੰਦੁਸਤਾਨੀਆਂ ਨੇ। ਮੈਂ ਨਹੀਂ ਮੰਨਦਾ। ਉਹਨੇ ਕੀ ਕਿਹਾ? ਉਹ ਕਹਿੰਦਾ छोड़ो सरदार जी, वादे तो तोड़ने के लिए बनते हैं होते हैं, और सिख कौम सरदार तो लड़ने के लिए ही बने हैं। उदों साडा सब कुछ खो लिया गया ਸੀ। अंग्रेज़ों ने घट होया ਸੀ सातों ਜਦੋਂ ਸਾਡਾ ਸਿੱਖ ਰਾਜ ਗਿਆ ਸੀ। ਇਹਨਾਂ ਨੇ ਸਾਡਾ ਸਾਰਾ ਕੁਝ ਖੋ ਕੇ ਸਾਨੂੰ ਗੁਲਾਮੀ ਦੇ ਦਿੱਤੀ। ਉਹ ਤੋਂ ਬਾਅਦ ਜਿਹੜਾ ਵੀ ਕੋਈ ਸਿੱਖਾਂ 'ਚ ਯੋਗ ਲੀਡਰ ਬਣਿਆ, ਉੱਠਿਆ, ਜਿਹਨੂੰ ਇਸ ਗੱਲ ਦੀ ਸਮਝ ਸੀ ਵੀ ਕੌਮ ਨੂੰ ਕਿਵੇਂ ਸਮਝਾਉਣਾ ਜਾਂ ਸਾਡੀਆਂ ਪ੍ਰਾਪਤੀਆਂ ਕੀ ਕਰਨੀਆਂ ਨੇ, ਜੀ ਤੋਂ ਤਕਲੀਫ ਸੀ ਸੈਂਟਰਲ ਸਰਕਾਰ ਨੂੰ, ਉਹਨੂੰ ਰੋਕਿਆ ਗਿਆ, ਖਰੀਦਿਆ ਗਿਆ। ਜੇ ਨਾ ਵਿਕੇ ਤਾਂ ਉਹਨਾਂ ਨੂੰ ਮਾਰਿਆ ਗਿਆ, ਖਤਮ ਕੀਤਾ ਗਿਆ। ਸਚੇਤ ਰਹੋ ਉਹ ਲੀਡਰਾਂ ਤੋਂ, ਚਾਹੇ ਸਾਡੇ ਖੌਤੀ ਲੀਡਰ ਨੇ ਸਿੱਖ ਕੌਮ ਦੇ, ਯਾਰ ਉਹ ਲੀਡਰ ਕਾਹਦੇ ਨੇ ਜਿਨ੍ਹਾਂ ਦਾ ਸਰਕਾਰ ਨੂੰ ਕੋਈ ਖਤਰਾ ਹੀ ਨਹੀਂ, ਜਿਨ੍ਹਾਂ ਨੂੰ ਚੁੱਪ ਕਰਾਉਣ ਦੀ ਭਾਰਤ ਸਰਕਾਰ ਨੂੰ ਲੋੜ ਹੀ ਨਹੀਂ ਪਈ। ਸਭ ਤੋਂ ਗਰਮ ਕੌਮ ਆ, ਇਹ 'ਚ ਗਰਮ ਖਿਆਲੀ ਧੜੇ ਵੀ ਨੇ। ਤੁਸੀਂ ਆਪ ਸੋਚ ਸਕਦੇ ਹੋ ਵੀ ਕਿਹੜੇ ਲੀਡਰ ਨੇ ਟੈਨਸ਼ਨ ਦਿੱਤੀ ਭਾਰਤ ਸਰਕਾਰ ਨੂੰ? ਦਿੱਤੀ ਹੈ ਕਿਸੇ ਨੇ? ਯਾਰ ਜੇ ਮੈਂ ਉਹਨਾਂ ਦੇ ਰਾਹ 'ਚ ਰੋੜਾ ਅਟਕਾਊਂ, ਸਿੱਖਾਂ ਨੂੰ ਖੜੇ ਕਰੂੰ, ਮੋਰਚੇ ਲਾऊं, ਇਕੱਠੇ ਕਰੂੰ, ਤਾਂ ਮੈਨੂੰ ਚੁੱਪ ਕਰਾਉਣਾ ਪਊ ਉਹਨਾਂ ਨੂੰ। ਲੋੜ ਨਹੀਂ ਪਈ ਪਹਿਲਾਂ, ਬਾਅਦ 'ਚ ਵੀ ਰਹਿਣੇ ਆਪਣੇ ਕੋਲ ਲੀਡਰ ਹੋ, ਪਹਿਲਾਂ ਵੀ ਸੀਗੇ। ਦੀਪ ਨੂੰ ਇਸ ਕਰਕੇ ਹਟਾਇਆ ਵੀ ਦੀਪ 'ਚੋਂ ਸਪਿਰਿਟ ਸੀ, ਉਹ ਤਾਕਤ ਸੀ। ਸਾਡੇ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਆਸ਼ੀਰਵਾਦ ਸੀ ਜਿਹੜਾ ਕੌਮ ਨੂੰ ਮਹੀਨਿਆਂ 'ਚ ਖੜੀ ਕਰ ਗਿਆ ਸੀ। ਮਹੀਨਿਆਂ 'ਚ ਜਦੋਂ ਅਸੀਂ 26 ਜਨਵਰੀ ਨੂੰ ਦਿੱਲੀ ਨੂੰ ਜਾ ਰਹੇ ਸੀ, ਮੇਰਾ ਆਪਦਾ ਤਜਰਬਾ, ਐਕਸਪੀਰੀਅੰਸ, ਜਦੋਂ ਅਸੀਂ ਦਿੱਲੀ ਦਾ ਬਾਰਡਰ ਟੱਪ ਗਏ, ਦਿੱਲੀ ਦੇ ਏਰੀਆ 'ਚ ਐਂਟਰ ਹੋ ਗਏ ਸੀ, ਅਸੀਂ ਤਾਂ ਸਿੱਖ ਸੀਗੇ, ਅਸੀਂ ਲੜਨ ਗਏ ਸੀ। ਦਿੱਲੀ 'ਚ ਬਹੁਤ ਕੌਮਾਂ ਰਹਿੰਦੀਆਂ ਨੇ, ਇੰਡੀਆ ਦੇ ਕੋਨੇ-ਕੋਨੇ ਤੋਂ ਲੋਕ ਰਹਿੰਦੇ ਨੇ। ਉਹ ਲੋਕਾਂ ਨੂੰ ਇੱਕ ਉਮੀਦ ਜਾਗੀ, ਉਹਨਾਂ ਨੇ ਫੁੱਲਾਂ ਨਾਲ ਸਵਾਗਤ ਕੀਤਾ
ਤੁਸੀਂ ਸਾਰੇ ਗਵਾਹ ਕਿਉਂ ਕੀਤਾ? ਉਹਨਾਂ ਨੂੰ ਇੱਕ ਉਮੀਦ ਸੀ ਸਾਤੋਂ, ਸਾਰੇ ਹਿੰਦੁਸਤਾਨ 'ਚ ਸਾਨੂੰ ਖਾਸ ਨਿਗਾਹ ਨਾਲ ਝਾਕਿਆ ਜਾਂਦਾ ਵੀ ਇਹ ਫਰਿਸ਼ਤੇ ਬਣ ਕੇ ਆਏ ਨੇ, ਇਹ ਸਾਨੂੰ ਨਿਜਾਤ ਦਿਵਾਉਣਗੇ ਦਿੱਲੀ ਤੋਂ। ਲੋਕਾਂ ਨੂੰ ਉਸ ਦਿਨ ਉਮੀਦ ਸੀ ਵੀ ਅੱਜ ਦਿੱਲੀ ਦਾ ਸਫਾਈ ਕਰਕੇ ਜਾਣਗੇ, ਬਦਲ ਕੇ ਜਾਣਗੇ। ਤਾਂ ਸਾਡੇ ਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ, ਖਾਣੇ ਦੇ ਪੈਕਟ ਗਿਰ ਰਹੇ ਸੀ ਉੱਪਰੋਂ ਮੰਜ਼ਲਾਂ 'ਚੋਂ। ਜੋ ਕੋਈ ਕਰ ਸਕਦਾ ਸੀ, ਛੋਟੇ ਛੋਟੇ ਬੱਚੇ ਪਾਣੀ ਫੜਾ ਰਹੇ ਸੀ ਸੜਕਾਂ ਤੇ ਭੱਜ ਭੱਜ, ਕਿਉਂਕਿ ਉਹਨਾਂ ਨੇ ਇੱਕ ਉਮੀਦ ਸੀ ਦਿਲ 'ਚ ਵੀ ਅੱਜ ਬਦਲ ਜਾਣਾ ਸਾਰਾ ਕੁਝ। ਪਰ ਅਫਸੋਸ ਇਸ ਗੱਲ ਦਾ ਰਹਿ ਗਿਆ ਵੀ ਅਸੀਂ ਦਿੱਲੀ ਜਿੱਤ ਕੇ ਫੇਰ ਛਡਾਈ ਕਾਮਰੇਡਾਂ ਨੇ। ਮੈਂ ਪਹਿਲੀ ਵਾਰ ਅੱਜ 1.5 ਸਾਲ ਤੇ ਪਹਿਲਾ ਸ਼ਬਦ ਵਰਤਿਆ। ਮੈਂ ਪਹਿਲਾਂ ਡਰਦਾ ਵਰਤਦਾ ਨਹੀਂ ਸੀ, ਕਿਉਂਕਿ ਸਾਡੀ ਜੰਗ ਚੱਲਦੀ ਸੀ। ਉਸ ਜੰਗ 'ਚ ਜੇ ਮੈਂ ਸ਼ਬਦ ਵਰਤਦਾ ਸੀ ਤਾਂ ਉਹਦੇ ਅਸਰ ਉਲਟ ਪੈਂਦੇ ਸੀ, ਕਿਉਂਕਿ ਉਹ ਸਾਰੇ ਲੜ ਰਹੇ ਸੀ। ਇਹ ਅਖੌਤੀ ਬੰਦਿਆਂ ਨੇ ਵੀ ਉਹ ਜੰਗ 'ਚ ਸਾਡੇ ਨਾਲ ਖੜੇ ਸੀ, ਜਿਨ੍ਹਾਂ ਨੇ ਫੋਕੀ ਕ੍ਰੈਡਿਟ ਲਈ। ਉਹਨਾਂ ਨੂੰ ਗਲਤ ਫਹਿਮੀਆਂ ਹੋ ਗਈਆਂ ਵੀ ਇਹ ਸਾਡੀਆਂ ਯੂਨੀਅਨਾਂ ਨਾਲ ਦਿੱਲੀ ਲੜਾਈ ਆ। ਜਿਸ ਦਿਨ ਅਸੀਂ ਬਾਰਡਰ ਤੋੜ ਰਹੇ ਸੀ ਸ਼ੰਭੂ, ਸਾਡੇ ਪੰਜਾਬ ਦਾ ਸਭ ਤੋਂ ਵੱਡਾ ਲੀਡਰ ਜਿਹਨੂੰ ਦਿਮਾਗ ਕਹਿੰਦੇ ਆ ਕਿਸਾਨੀ ਦਾ, ਉਹ ਬੰਦਾ ਪੀਟੀਸੀ ਨੇ ਬੋਲ ਰਿਹਾ ਸੀ ਵੀ ਇਹ ਆਹ ਨਵੇਂ ਸ਼ੋਰਿਆਂ ਨੇ ਸਾਡਾ ਕੰਮ ਖਰਾਬ ਕਰ ਦੇਣਾ, ਅਸੀਂ ਬਾਰਡਰ ਤੇ ਹੀ ਬਹਿਣਾ ਸੀ, ਸਾਡੀ ਬਾਰਡਰ ਤੋਂ ਹੀ ਕਾਰਵਾਈ ਚੱਲਣੀ ਸੀ। ਕਿਉਂਕਿ ਪਹਿਲਾਂ ਅਨਾਉਂਸ ਕਰ ਚੁੱਕੇ ਸੀ, ਜ਼ਮੀਨਾਂ ਲੈ ਚੁੱਕੇ ਸੀ ਵੀ ਅਸੀਂ ਬਾਰਡਰਾਂ ਤੇ ਹੀ ਬਹਿਣਾ। ਜੰਗ ਦਾ ਤਾਂ ਜਿੱਤੀ ਗਈ ਹੈ, ਦਿੱਲੀ ਗਈ। ਅੱਜ ਸਿੱਖ ਕੌਮ ਨੇ ਇੱਕ ਨਵਾਂ ਮਾਪਦੰਡ ਤਾਂ ਦਿੱਤਾ, ਜੇ ਅਸੀਂ ਦਿੱਲੀ ਜਾ ਕੇ ਲੜੇ ਉਹ ਸਾਨੂੰ ਦਿੱਲੀ ਨਹੀਂ ਸੀ ਜਾਣ ਦੇਣਾ। ਉੱਥੇ ਸਾਨੂੰ ਕਹਿ ਗਏ ਸ਼ੋਰਾਂ ਨੇ ਸਾਡਾ ਕੰਮ ਖਰਾਬ ਕਰ ਦੇਣਾ, ਇਹ ਲੜਦੇ ਨੇ ਬਾਰਡਰ ਤੋੜਨ ਲੱਗੇ ਨੇ। ਇਸ ਕਰਕੇ ਤੁਸੀਂ ਸਾਰੇ ਜਾਣਿਆਂ ਨੇ, ਜਿਹੜਾ ਵੀ ਬੰਦਾ ਪੰਜਾਬ ਲਈ ਚਿੰਤਕ ਇੱਕ ਦਰਦਮੰਦ ਆ, ਉਹ ਸਾਰਿਆਂ ਨੇ ਅਵੇਅਰ ਰਹਿਣਾ, ਚੁਸਤ ਰਹਿਣਾ ਵੀ ਕਿਹੜੇ ਬੰਦੇ ਦੀ ਆਵਾਜ਼ ਤੇ ਫੁੱਲ ਪਾਉਣੇ ਨੇ। ਕਿਉਂਕਿ ਭਾਸ਼ਣ ਸਾਰੇ ਕਰਦੇ ਨੇ, ਸਭ ਮਾਹਰ ਨੇ ਵਧੀਆ ਭਾਸ਼ਣਾਂ ਦੇ। ਅਸੀਂ ਹਰੇਕ ਦੇ ਕਾਇਲ ਹੋ ਜਾਂਦੇ ਆ, ਹਰ ਇੱਕ ਨੂੰ ਮੰਨ ਲੈਂਦੇ ਆ। ਮੈਂ ਭਰਾਵੋ ਤੁਹਾਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਵੀ ਪੰਜਾਬ ਦਾ, ਸਿੱਖ ਕੌਮ ਦਾ ਭਲਾ ਉਦੋਂ ਹੋਣਾ, ਸਾਡੀ ਗੁਲਾਮੀ ਉਦੋਂ ਟੁੱਟਣੀ ਆ ਜਿੱਦਣ ਤੁਸੀਂ ਲੀਡਰਾਂ ਨੂੰ ਪਰਖਣ ਲੱਗੇ। ਤੁਹਾਡੇ ਕੋਲ ਸਮਰੱਥਾ ਚਾਹੀਦੀ ਆ ਵੀ ਕਿਹੜੇ ਲੀਡਰ ਨੂੰ ਅਸੀਂ ਤਾਕਤ ਦੇਣੀ ਆ। ਆਹ ਦੇਖ ਲਓ ਹੁਣ ਆਪਣੇ ਪੰਜਾਬ ਦਾ ਅੰਜਾਮ ਹੋਣ ਵਾਲਾ। ਚਾਹੇ ਕੋਈ ਮੇਰੀ ਤਕਲੀਫ ਮੰਨਿਓ, ਆ ਜਿਹੜੀ ਪਾਰਟੀ ਨੂੰ ਅਸੀਂ ਤਾਕਤ ਦੇਣ ਜਾ ਰਹੇ ਹਾਂ ਨਾ, ਪੰਜਾਬ ਦੀ ਨਵੀਂ ਬਾਗਡੋਰ, ਉਹ ਬੰਦੇ ਨੇ ਸਾਡੇ ਤਲਵਾੜਾ ਸਾਹਿਬ ਕਹਿੰਦੇ ਸੀ ਨਾ ਵੀ ਸਾਡੇ ਕੋਲ 16 ਸਾਲ ਦਾ ਪਾਣੀ ਰਹਿ ਗਿਆ ਵੀ ਅਸੀਂ ਕਰਾਂਗੇ ਕੀ। ਅੱਜ ਜਿਹੜੀ ਧਰਤੀ, ਜਿਹੜੇ ਖਿੱਤੇ 'ਚ ਸਭ ਤੋਂ ਅਹਿਮ ਗੱਲ ਸੀ, ਸਾਡਾ ਪਾਣੀ ਵਧੀਆ ਸੀ, ਸਾਡਾ ਵਾਤਾਵਰਨ ਵਧੀਆ ਸੀ, ਉਹ ਸਾਡੇ ਪਾਣੀ ਦੀ ਲੜਾਈ 'ਚ ਉਹ ਬੰਦਾ ਦੋ ਟੁਕ ਸ਼ਬਦ ਨਹੀਂ ਬੋਲ ਸਕਿਆ। ਸਾਡੀ ਵਿਰੋਧਤਾ ਕੀਤੀ ਉਹਨੇ। ਸਾਡੇ ਬੰਦੀ ਸਿੰਘਾਂ ਨੇ ਜਿਨ੍ਹਾਂ ਨੇ 35 ਸਾਲ ਲਾਏ ਜਿਹੜਾ ਇਸ ਕੌਮ ਲਈ ਲੜਦਿਆਂ, ਉਹਨਾਂ ਦੀ ਰਿਹਾਈ ਲਈ ਨਹੀਂ ਉਹ ਬੋਲ ਸਕਿਆ, ਨਾ ਸਾਥ ਦਿੱਤਾ। ਸਾਡਾ ਪੰਜਾਬ ਉਹਨੂੰ ਤਾਕਤ ਦੇਣ ਜਾ ਰਿਹਾ ਜਿਵੇਂ 84 ਜਿਹਨਾਂ ਨੇ ਅਕਾਲ ਤਖਤ ਢਹਾ ਕੇ ਗਲਾਂ 'ਚ ਪਹਿਰ ਪਵਾ ਕੇ ਇੰਦਰਾ ਨੂੰ ਤਾਕਤ ਦਿੰਦੇ ਰਹੇ ਸੀ। ਫਿਰ ਅਸੀਂ ਲੜਦੀਆਂ ਲੜਾਈਆਂ। ਯਾਰ ਜੇ ਅਸੀਂ ਅੱਜ ਦੇ ਯੁੱਗ 'ਚ ਵੀ ਇਹ ਕੰਮ ਕਰਾਂਗੇ ਵੀ ਸਾਨੂੰ ਕਿਤੇ ਪਤਾ ਹੀ ਨਹੀਂ ਵੀ ਸਾਡਾ ਦੁਸ਼ਮਣ ਕੌਣ ਆ, ਸਾਡੀ ਲੜਾਈ ਕਿਹਦੇ ਨਾਲ ਆ, ਫਿਰ ਅਸੀਂ ਲੜਦੀਆਂ ਲੜਾਈਆਂ। ਕਹਿੰਦੇ ਆ ਪੰਜਾਬੀ ਸਰਦਾਰ ਸ਼ੇਰਾਂ ਦੀ ਕੌਮ, ਸਾਰੇ ਤੁਸੀਂ ਜਾਣਦੇ ਹੋ। ਬਹੁਤ ਸਾਨੂੰ ਟੈਗ ਦਿੱਤਾ ਜਾਂਦਾ ਸ਼ੇਰਾਂ ਦੀ ਕੌਮ। ਜੰਗਲ 'ਚ ਸ਼ੇਰਾਂ ਦਾ ਝੁੰਡ ਬੈਠਾ ਹੁੰਦਾ, ਜਦੋਂ ਉਹਨਾਂ ਨੇ ਕੋਈ ਸ਼ਿਕਾਰ ਲੰਘਦਾ ਜਾਂ ਉਹਨਾਂ ਦਾ ਕੋਈ ਦੁਸ਼ਮਣ ਉਹਨਾਂ ਨੇ ਆਉਂਦਾ ਡਿੱਕੇ, ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਵੀ ਉਹਨਾਂ ਨੇ ਕੀ ਕਰਨਾ, ਪੈਂਦਾ ਦੱਸਣਾ। ਚਾਹੇ ਉਹਨਾਂ ਦਾ ਛੋਟਾ ਬੱਚਾ, ਚਾਹੇ ਸ਼ੇਰਨੀ ਆ, ਚਾਹੇ ਸ਼ੇਰ ਆ, ਉਹ ਬਖੂਬੀ ਜਾਣਦੇ ਨੇ ਵੀ ਉਹਨਾਂ ਨੇ ਕੀ ਕਰਨਾ, ਕਿਵੇਂ ਹਮਲਾ ਕਰਨਾ, ਕਿਵੇਂ ਘੇਰਾਬੰਦੀ ਕਰਨੀ। ਉਹ ਸਾਡੀ ਸ਼ੇਰਾਂ ਦੀ ਕੌਮ ਕਿੱਥੇ ਗਈ?
ਅਸੀਂ ਕੀ ਜਾਣਦੇ ਆ? ਸਾਡੇ 10-20 ਬੰਦੇ ਉੱਠ ਕੇ ਲੜਨ ਲੱਗ ਜਾਂਦੇ ਨੇ, ਜਿਹੜੇ ਜਾਣਦੇ ਨੇ ਉਹ ਕੁਰਬਾਨੀਆਂ ਦੇ ਦਿੰਦੇ ਨੇ, ਬਾਕੀ ਫੇਰ ਰੁਟੀਨ ਜ਼ਿੰਦਗੀ ਉਹੀ ਰਾਮ ਰਾਮ ਉਹੀ ਸਭ ਕੁਝ। ਪਹਿਲਾਂ ਯਾਰ ਥੋੜੇ ਤੋਂ ਥੋੜਾ ਵੀ ਯੋਗਦਾਨ, ਇੱਕ ਇਮਾਨਦਾਰੀ ਦਾ ਯੋਗਦਾਨ ਇਸ ਕੌਮ ਦੀ ਚੜ੍ਹਦੀ ਕਲਾ ਅਤੇ ਇਹਦੇ ਭਵਿੱਖ ਲਈ ਦਿੰਦੇ ਰਹੀਏ। ਬਾਕੀ ਸਾਰਾ ਟਾਈਮ ਆਪਣੀ ਜ਼ਿੰਦਗੀ ਲਈ ਲਾਓ, ਪਰ ਸਿੱਖ ਕੌਮ ਦੀ ਭਵਿੱਖ ਲਈ, ਇਹਦੀਆਂ ਲੜਾਈਆਂ ਲਈ, ਇਹਦੀ ਹੋਂਦ ਲਈ ਆਪਣੀ ਜ਼ਿੰਦਗੀ ਦਾ ਹਰ ਬੰਦਾ ਯੋਗਦਾਨ ਦੇਣਾ ਠੀਕ ਸਮਝੋ, ਪਛਾਣਨਾ ਸਮਝੋ ਵੀ ਸਾਡਾ ਕੌਣ ਆ, ਸਾਡਾ ਦੁਸ਼ਮਣ ਕੌਣ ਆ। ਫਿਰ ਅਸੀਂ ਇਸ ਲੜਾਈ 'ਚ ਸ਼ੁਰੂ ਹੋਵਾਂਗੇ। ਸਾਡੇ ਦੀਪ ਵੀਰ ਨੇ ਸਭ ਤੋਂ ਪਹਿਲਾਂ ਇੱਕ ਮੈਸੇਜ ਦਿੱਤਾ, ਮੈਂ ਅੱਜ ਪੰਜਾਬ ਦੇ ਨਾਂ ਤੇ, ਸਿੱਖ ਕੌਮ ਦੇ ਨਾਂ ਤੇ ਤੁਹਾਨੂੰ ਇਕੱਠੇ ਦਾ ਕਰ ਲੈਣਾ, ਤੁਹਾਡਾ ਇਕੱਠ ਦਾ ਕਰ ਲੈਣਾ, ਪਰ ਵਰਤਣਾ ਕਿੱਥੇ ਆ? ਇਹ ਵੀ ਇੱਕ ਅਹਿਮ ਸਵਾਲ ਹੈ। ਸਾਡੀ ਕੌਮ ਦੀ ਤਾਕਤ ਬਹੁਤ ਔਖੀ ਬਣ ਰਹੀ ਹੈ। ਜੇ ਅਸੀਂ ਕਿਸੇ ਮਸਲੇ ਦੇ ਇਕੱਠੇ ਹੋ ਜਾਈਏ ਨਾ, ਕਿਸਾਨ ਅੰਦੋਲਨ ਨੂੰ, ਫਿਰ ਉਹ ਮਸਲੇ ਨੂੰ ਵਰਤਣਾ ਕੀ? ਇਹ ਧਿਆਨ ਰੱਖਿਓ, ਲੀਡਰਾਂ ਨੇ ਸਭ ਤੋਂ ਤਾਕਤ ਲੈਣੀ ਆ। ਦੀਪ ਦੇ ਨਾਂ ਦੇ ਵੀ ਇਕੱਠ ਕਰਨੇ ਨੇ। ਦੀਪ ਦਾ ਫਲਸਫਾ ਸੀ ਵੀ ਪੰਜਾਬ ਸਿੱਖ ਉਹ ਲੜਾਈ ਲੜੇ ਜਿਹਦੇ 'ਚ ਜਿਹਨੂੰ ਸਾਨੂੰ ਸਾਡੇ ਹੱਕ ਮਿਲਦੇ ਨੇ, ਜਿਹਤੋਂ ਪੰਜਾਬ ਨੂੰ ਕੁਝ ਮਿਲਦਾ, ਜਿਹਤੋਂ ਸਿੱਖ ਕੌਮ ਨੂੰ ਕੁਝ ਮਿਲਦਾ। ਕਿਤੇ ਇਹ ਨਾ ਹੋਵੇ ਵੀ ਸਾਡਾ ਇਕੱਠ ਕਰਕੇ ਅੰਦਰੂਨੀ ਲੜਾਈਆਂ ਨੂੰ ਵਰਤਣ ਲੱਗ ਜਾਣ, ਚਾਹੇ ਮੈਂ ਵੀ ਹੋਵਾਂ। ਜੇ ਮੈਂ ਤੁਹਾਨੂੰ ਮੌਕਾ ਦਵਾਂ ਨਾ, ਇਕੱਠੇ ਹੋ ਕੇ ਮੇਰਾ ਸਾਥ ਦਿਓ, ਵਰਤਾਂ ਇੱਥੇ ਦੀ ਸਿਆਸਤ ਲਈ, ਪੰਜਾਬ 'ਚ ਲੜਨ ਲਈ, ਆਪਦੇ ਹਮਖਿਆਲੀ ਪਾਰਟੀਆਂ ਨਾਲ ਲੜਨ ਲਈ, ਆਪਦੇ ਨਿੱਜੀ ਮਸਲਿਆਂ ਲਈ ਦਿਓ ਨਾ। ਸਿੱਖ ਕੌਮ ਉਹ ਮਸਲਿਆਂ ਤੇ ਇਕੱਠੀ ਹੋਵੇ ਜਿਹੜੇ ਅਨੰਦਪੁਰ ਸਾਹਿਬ ਦਾ ਮਤਾ, ਪਹਿਲਾਂ ਤਾਂ ਅਨੰਦਪੁਰ ਸਾਹਿਬ ਦੇ ਮਤੇ 'ਚੋਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਦੇ ਸਾਨੂੰ ਲੜਨਾ ਪੈਣਾ, ਜਿਹੜਾ ਸਾਡੀ ਗੁਲਾਮੀ ਤੈਅ ਕਰਦਾ, ਅਸੀਂ ਉਹ ਮਤੇ ਦੇ ਇਕੱਠੇ ਰਹਿ ਲਈਏ। ਹਰ ਇੱਕ ਸਿੱਖ ਦਾ ਯੋਗਦਾਨ ਬਣਦਾ, ਪੰਜਾਬੀ ਦਾ ਯੋਗਦਾਨ ਬਣਦਾ ਅਨੰਦਪੁਰ ਸਾਹਿਬ ਮਤੇ ਦੇ ਇਕੱਠੇ ਹੋਣਾ, ਕਿਸਾਨ ਅੰਦੋਲਨ ਨੂੰ ਦਿੱਲੀ ਨੂੰ ਟੱਕਰ ਦੇਣੀ। ਵੀ ਜਿਹੜੇ ਸਾਡੇ ਇਕੱਠ ਨੇ, ਜਿਹੜੀਆਂ ਸਾਡੀਆਂ ਤਾਕਤਾਂ ਨੇ, ਇਹ ਦਿੱਲੀ ਤੋਂ ਹੱਕ ਲੈਣ ਲਈ ਇਕੱਠੀਆਂ ਹੋਣ, ਛੋਟੇ ਕੰਮਾਂ ਨੂੰ ਨਾ ਵਰਤਿਓ। ਮੇਰੀ ਨਹੀਂ ਚੱਲਣੀ, ਕਿਉਂਕਿ ਉੱਥੇ ਲੀਡਰ ਬਹੁਤ ਇਕੱਠੇ ਹੋ ਜਾਂਦੇ ਆ। ਕਿਸਾਨ ਅੰਦੋਲਨ ਲੜਤਾ ਅਸੀਂ ਲਿਆ, ਯੋਗਦਾਨ ਅਸੀਂ ਦਿੱਤਾ, ਪਰ ਸਾਨੂੰ ਸੰਯੁਕਤ ਮੋਰਚੇ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਖੌਤੀ ਆਗੂਆਂ ਨੇ। ਉਹ ਕਹਿੰਦੇ ਸੰਯੁਕਤ ਮੋਰਚਾ ਜੀ ਸਾਡਾ 32 ਜਥੇਬੰਦੀਆਂ ਦਾ, ਲੜਨ ਕੌਣ ਗਏ? ਇਸ ਕਰਕੇ ਭਰਾਵੋ, ਤੁਸੀਂ ਤਾਕਤ ਦੇਣੀ ਹੁੰਦੀ ਆ, ਮੀਡੀਆ ਤੇ ਆਪਦੀ ਤਾਕਤ ਜ਼ਰੂਰ ਦਿਓ, ਆਪਦਾ ਵੋਟ ਦਿਓ, ਸ਼ੇਅਰ ਦਿਓ, ਉਹ ਚੀਜ਼ ਨੂੰ ਦਿਓ ਜਿਹੜੀ ਸਿੱਖ ਕੌਮ ਨੂੰ ਤਾਕਤ ਦਿੰਦੀ ਆ ਤੇ ਸਾਨੂੰ ਇਕਜੁੱਟਤਾ ਦਿੰਦੀ ਆ। ਲੀਡਰਾਂ ਦੇ ਆਪਦੇ ਨਿੱਜ ਸੁਭਾਅ ਨੂੰ ਤਾਕਤ ਨਾ ਦਿਓ, ਕਿਉਂਕਿ ਲੋਕ ਇੱਕ ਸਾਡੇ ਲੀਡਰਾਂ ਦੇ ਰਿਵਾਜ ਆ ਵੀ ਇੱਕ ਨੈਸ਼ਨਲ ਇਸ਼ੂ ਤੋਂ ਤਾਕਤ ਇਕੱਠੀ ਕਰਨੀ ਆ, ਸਾਡੀ ਹੋਂਦ ਦੇ ਇਸ਼ੂ ਤੋਂ ਮੁੜ ਕੇ ਵਰਤਣੀ ਆਪਦੀ ਪਾਰਟੀ ਦੀ। ਇਸ ਕਰਕੇ ਕਦੇ ਸਿੱਖ ਕੌਮ ਡੋਲੂ ਨਹੀਂ, ਕਦੇ ਸਿੱਖ ਕੌਮ 'ਚ ਕਮੀ ਨਹੀਂ ਆਊਗੀ ਭਰਾਵੋ। ਇਸ ਕਰਕੇ ਵੀ ਤੁਸੀਂ ਚੁਣਨ ਵੇਲੇ ਧਿਆਨ ਰੱਖਿਓ। ਮੈਂ ਸਭ ਤੋਂ ਅੱਜ ਕਮੀ ਸਾਨੂੰ ਮਹਿਸੂਸ ਹੋਣੀ ਆ ਜਿਹੜੀ ਇਸ ਯੋਧੇ ਦੀ, ਦੀਪ ਸਿੱਧੂ, ਸਾਡਾ ਭਰਾ ਸੰਦੀਪ ਸਿੱਧੂ, ਸਾਨੂੰ ਸਿੱਖ ਕੌਮ ਨੂੰ ਇੱਕ ਸ਼ਰਾਪ ਹੀ ਸਮਝ ਲਓ, ਕਿਉਂਕਿ ਜਿਹੜਾ ਵੀ ਕੋਈ ਇਮਾਨਦਾਰ ਨਿਧੜਕ ਜਰਨੈਲ ਸਾਡੀ ਕੌਮ ਨੂੰ ਮਿਲਿਆ, ਉਹ ਸਾਤੋਂ ਖੋਹ ਲਿਆ ਜਾਵੇ, ਕਿਉਂਕਿ ਸਾਡੇ ਰਿਵਾਜ ਵੀ ਆ, ਅਸੀਂ ਉਸ ਦੀ ਮੌਤ ਤੋਂ ਬਾਅਦ ਉਹਨੂੰ ਸਨਮਾਨ ਦਿੰਦੇ ਆ, ਉਹਨੂੰ ਮਾਨਤਾ ਦਿੰਦੇ ਆ। ਜੇ ਅਸੀਂ ਉਹਦੀਆਂ ਗੱਲਾਂ ਪਹਿਲਾਂ ਸੁਣਦੀਆਂ ਹੁੰਦੀਆਂ, ਜਾਂ ਅਸੀਂ ਇੰਨਾ ਹੀ ਰੁਤਬਾ, ਇੰਨਾ ਹੀ ਮਾਨ ਸਨਮਾਨ ਉਹਦੇ ਮਗਰ ਉਹਨੂੰ ਪਹਿਲਾਂ ਹੋ ਜਾਂਦੇ, ਤਾਂ ਉਹਨੂੰ ਸਭ ਤੋਂ ਕੋਈ ਖੋਹ ਨਹੀਂ ਸੀ ਸਕਦਾ। ਅੱਗੇ ਤੋਂ ਵੀ ਇਹ ਧਿਆਨ ਰੱਖਿਓ। ਅੱਜ ਅਸੀਂ
ਉਹਦੀ ਯਾਦ 'ਚ ਇਹ ਸਮਾਗਮ ਕਰਾਇਆ, ਭੋਗ ਪੈਣੇ, ਉਹਦੀ ਆਤਮਾ ਦੀ ਸ਼ਾਂਤੀ ਲਈ ਹਰ ਇੱਕ ਇਲਾਕਾ ਨਿਵਾਸੀ ਉਸ 'ਚ ਸ਼ਾਮਲ ਹੋਇਆ। ਮੈਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਵਾਹਿਗੁਰੂ ਸਾਡੇ ਉਸ ਯੋਧੇ ਨੂੰ ਹਮੇਸ਼ਾ ਆਪਣੇ ਸਾਥ ਰੱਖੀ ਤੇ ਉਹਨੂੰ ਸਾਡੇ ਪੰਜਾਬ ਦੇ ਨੌਜਵਾਨਾਂ 'ਚ ਉਹਦੇ ਜਿਹੜੇ ਦਿੱਤੇ ਰਸਤੇ ਤੇ ਅੱਜ ਸਾਡੇ ਪੰਜਾਬ ਦੇ ਨੌਜਵਾਨ ਚੱਲਦੇ ਰਹਿਣ, ਉਹਨਾਂ ਨੂੰ ਵੀ ਸਮਰੱਥਾ ਬਖਸ਼ੀ। ਮੈਂ ਸਾਡੀ ਇੱਕ ਯੂਥ ਕਿਸਾਨ ਮੋਰਚਾ, ਸਾਡੇ ਆਪਣੇ ਇਲਾਕੇ ਦੇ ਨੌਜਵਾਨਾਂ ਦੀ ਸੰਸਥਾ ਯੂਥ ਕਿਸਾਨ ਮੋਰਚਾ, ਮੈਂ ਅੱਜ ਤੁਹਾਡੀ ਹਾਜ਼ਰੀ 'ਚ ਇਹ ਪਰਨ ਕਰਦਾ ਵੀ ਯੂਥ ਕਿਸਾਨ ਮੋਰਚਾ ਦੀਪ ਸਿੱਧੂ ਦੇ ਫਲਸਫੇ ਤੇ ਚੱਲੇ। ਅਸੀਂ ਅਨੰਦਪੁਰ ਦੇ ਮੱਤੇ ਤੇ ਲੜਦੇ ਰਹਾਂਗੇ, ਜਿੰਨੇ ਜੋਗੇ ਆ, ਜਿੰਨੇ ਹੈਗੇ ਆ। ਮੈਂ ਕਿਸੇ ਬੰਦੇ ਨੂੰ ਮਜਬੂਰ ਨਹੀਂ ਕਰੂੰਗਾ ਕਿ ਸਾਡੇ ਨਾਲ ਤੁਰੇ, ਸਾਨੂੰ ਤਾਕਤ ਦੇਵੇ, ਕਿਉਂਕਿ ਅਸੀਂ ਸ਼ੇਰ ਕੌਮ ਦੇ ਸ਼ੇਰ ਬੱਚੇ ਹੈਗੇ ਹਾਂ। ਅਸੀਂ ਲੜਦੇ ਰਹਾਂਗੇ, ਅਸੀਂ ਅਨੰਦਪੁਰ ਸਾਹਿਬ ਦੇ ਮੱਤੇ ਤੇ ਲੜਦੇ ਰਹਾਂਗੇ। ਇਸ ਨਾਲ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਨਾਲ ਦੀ ਨਾਲ ਬੇਨਤੀ ਕਰਦਾ ਸੁਖਬੀਰ ਸਿੰਘ ਸੁੱਖਾ ਕਲੋਦੀਆਂ ਵਾਲੇ ਸਾਡੇ ਵੀਰ, ਉਹ ਵੀ ਆਪਣਾ ਸੂਬਾ ਭੇਟ ਕਰਨਾ ਜੀ। ਜੋ ਗ੍ਰਾਂਤੀ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਅੱਜ ਦੇ ਮੁੱਖ ਮਹਿਮਾਨ ਜੋ ਸਾਡੇ ਦਰਮਿਆਨ ਪਹੁੰਚੇ ਸੀ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਦਰਬਾਰਾ ਸਾਹਿਬ, ਉਹਨਾਂ ਨੂੰ ਸਨਮਾਨ ਕਰਦੇ ਹਾਂ ਜੀ। ਬੜੇ ਸੋਹਣਿਆ ਸ੍ਰੀ ਅਕਾਲ ਸੋਹਣਿਆ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮੁਹੱਬਤ ਜਾਨ ਕਾ ਓੰਕਾਰ ਸਤਿ ਪ੍ਰਕਾਰ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿ ਛੇਤੀ। ਮਨ ਬੁੱਧੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤੋਂ ਗਾਵੋ ਹਰੀ ਤੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਤੇ ਸੋ ਪਾਵੇ। ਸਦਾ ਸਿਰ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਨ ਕੈ ਮਨ ਵਸਿਆ, ਭਾਗੇ ਸ਼ਬਦ ਬਨੇਰੇ। ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ। ਘਰ ਸ਼ਾਂਤ ਸੁਖ ਮਨ ਹੈ ਵਸਿਆ, ਤਿਨ ਇੱਛਾ ਸਭ ਜਾਈਆਂ। ਸਦਾ ਗੁਰਬਾਣ ਕੀਤਾ ਗੁਰ ਵਿਟੋ, ਜਿਸ ਦੀਆਂ ਹੀ ਵਡਿਆਈਆਂ। ਕਹਿ ਨਾਨਕ ਸੋ ਸੰਤਾ, ਸ਼ਬਦ ਧੋਖੇ ਯਾਰੋ, ਸਾਚਾ ਨਾਮ ਮੇਰਾ ਆਧਾਰ। ਬਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ। ਕਲਾ ਜਿਤ ਕਾ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਤਨ ਹਦ ਵਾਜੇ। ਪ੍ਰਭ ਪਾਇਆ ਕਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਤਰੇ। ਸੋਹਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਰਤੀ ਬਨੀਤ ਕਹਿਤੀ ਪਵਿੱਤਾ, ਸਤਿਗੁਰ ਰਿਹਾ ਭਰ ਪੁਰੇ। ਦਿਲਵੰਤ ਨਾਨਕ ਗੁਰ ਚਰਨ ਲਾਗੇ, ਬਾਜੀ ਅਨਹਦ ਸੂਰੇ। ਦਿਲਵੰਤ
भगवती जी सहाय बार श्री भगवती जी की पातशाही दसरी तम भगवती सिमर गुरु नानक देव ध्याई मेरे अंगत गुरु अमरदास राम रसो सहाय अर्जन हर गोविंद नाम सिमरो श्री काय श्री हर कृष्ण ध्याइया जिस ऋषि सब उठ जाए रेलवा दर्शन रया घर नाम से अवताई सब थाई हुई सहाय दसवें पातशाह श्री गुरु गोविंद सिंह साहिब जी सब थाई हुई सहाय दसा पातशाहियां दी जो धन धन साहिब श्री गुरु ग्रंथ साहिब जी के पाठ दर्शन दीदार का ध्यान भर के खालसा साहिब बोलो जी पंजा प्यारिया चौहा शहजादियां चौड़ियां मुक्तियां हकियां चटनियां सब्जियां जिन्हां नाम जपिया वंड के छकिया दीप जलाई दीप वाही दीप प्यारक कीता दिलां प्यारियां सच्चिआं दी कमाई दा ध्यान भर के खालसा साहिब बोलो जी जिन्हां ਸਿੰਘਾਂ ਸਿੰਘੀਆਂ ਨੇ ਧਰਮੇ ਸੀਸ ਤੇ ਬੰਦ ਬੰਦ ਕਟਾਏ ਕੋਪੀਆਂ ਲੋਹੜੀਆਂ ਚਰਖੀਆਂ ਤੇ ਚੜੇ ਤਨਾਂ ਨਾਲ ਚਰਾਏ ਗਏ ਗੁਰਦੁਆਰੇ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ चेतावन का सदका सर्व सुख हो गई जहाँ जहाँ खालसा जी सहाय तहाँ तहाँ चेहरे आए देख देख फतेह गंद की पैज पंथ की जी श्री साहब जी सहाय खालसा जी के बोल वाले बोलो जी कानून सिक्खी दान केस दान रहसान बसीक दान उत्साह दान भरोसा दान साना दान नाम दान श्री अमृतसर साहिब जी ने दर्शन इशनान चौंकियां झंडे होंगे बोलो जी सिखा का मानी मत जी मत पत्ता खाब वैगुरु अकाल पुरख वैगुरु अपने पत दे सदा सहायता ताजियो श्री ननकाना साहिब के होर गुरुद्वारे गुरधामां दे जिन्हां नूं सिख पंथ तो विछोड़िया गया है जिन्हां दे खुले दर्शन दीदार ते देवा प्रभाव प्यारे खालसा जी नूं बख्शो बेन माणिया दे मान निकालिया दे कान संजोग सुचे जिता वाहिगुरु धन धन साहिब श्री गुरु ग्रंथ साहिब जी आप जी दे हजूर चरना कमला विच अरबी न जाने कोई ऐसी मरनी जो मरे बहु न मरना हुई महाभारता अनुसार नौजवान सभा दे नगनवार भाई संदीप सिंह उर्फ दीप सिद्धू कौमी शहीद की याद ਨੂੰ ਤਾਜ਼ਾ ਕਰਦਿਆਂ ਹੋਇਆ ਪਰਸੋਂ ਰੋਜ਼ਾਂ ਗੁਰੂ ਘਰ ਵਿਖੇ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਕਾਈ ਜੀ ਦੇ ਸ਼੍ਰੀ ਅਖੰਡ ਪਾਠ ਪ੍ਰਥਮ ਕਰਵਾਏ ਗਏ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਹਨ ਉਪਰੰਤ ਖੁੱਲੇ ਦੀਵਾਨਾਂ ਦੇ ਫੁੱਲ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ ਨੇ ਕਰਜੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਵਾਲਾ ਧਿਆਨਾਂ ਦੀ ਮਹਾਂਵਾਕਾਂ ਅਨੁਸਾਰ ਕਥਾ ਕੀਰਤਨ ਹੋਇਆ ਜੀ ਪੰਥਕ ਵਿਚਾਰਾਂ ਹੋਈਆਂ ਨੇ ਕਥਾ ਕੀਰਤਨ ਕਰਦੇ ਆ ਪੰਥਕ ਵਿਚਾਰਾਂ ਕਰਦੇ ਆ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਅੱਗੇ ਤੋਂ ਸੁਧ ਸਪਸ਼ਟ ਕਥਾ ਕੀਰਤਨ ਕਰਨ ਦੀ ਪੰਥਕ ਵਿਚਾਰਾਂ ਕਰਨ ਦੀ ਬਲਬੁੱਧੀ ਬਖਸ਼ਣੀ कौमी योधा भाई संदीप सिंह दीप सिद्धू ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਸਮੂਹ ਸਾਧ ਸੰਗਤ ਨੂੰ ਕੌਮ ਨੂੰ ਭਾਰਾ ਮੰਨਣ ਦਾ ਬਲ ਬਖਸ਼ਣਾ ਤੇ ਕੌਮੀ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦੀ ਕੌਮ ਨੂੰ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਕੌਮ ਨੂੰ ਬਲਬੁੱਧੀ ਬਖਸ਼ਣੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਦਾਤਾਂ ਵਿੱਚੋਂ ਪੰਚਮ ਕੜਾ ਪ੍ਰਸ਼ਾਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਕੋ ਪ੍ਰਵਾਨ ਹੋਵੇ ਕੁਰਬਾਨ ਹੋਇਆ ਪ੍ਰਸ਼ਾਦ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਸੋ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ 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 ਜਪੇ ਛੇ ਪਾਣੀਆਂ ਨਾਲ ਸਾਹਿਬ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਭ ਦੇ ਕਾਰਜ ਰਾਸ ਕਰਨੇ ਆਈ ਸੰਗਤ ਸਤਿਗੁਰੂ ਦੇ ਪ੍ਰਵਾਨ ਕਰਨਾ
ਕਰੋ ਕਿਰਪਾ ਜੀ ਕੇ ਰਾਹੀ ਦਰਗਾਹੀ ਹੁਕਮਨਾਮੇ ਬਖਸ਼ ਕੇ ਸੰਤਾਂ ਨੂੰ ਨਿਹਾਲੋ ਨਿਹਾਲ ਕਰਦੇ ਹੁਕਮਨਾਮੇ ਤੇ ਚੱਲਣ ਦੀ ਬਖਸ਼ੀ ਬਖਸ਼ੋ। ਆਪ ਜੀ ਦੇ ਦਰ ਤੇ ਜੋ ਵੀ ਆਵੇ ਸੋ ਰਾਜੀ ਜਾਵੇ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਜਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਧਿਓ ਜੋ ਕਵ ਕੋ ਮਿਲ ਬੋਝ ਹੈ। ਰਾਜ ਕਰੇਗਾ ਖਾਲਸਾ ਵਾਰ ਹੋਏ ਸੰਤ ਲਾਗੇ। ਵਾਹਿਗੁਰੂ ਨਾਮ ਜਹਾਜ ਜੋ ਸ਼ਰਧਾ ਕਰ ਸੇਵਾ ਦੇ। ਜੋ ਸ਼ਰਧਾ ਕਰ ਸੇਵਾ ਦੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਦੰਡੋਤ ਬੰਦਨ ਕੁਮਾਰ ਸਰਵ ਕਲਾ ਸਮਰਥ ਡੋਲਣ ਤੇ ਰਾਖੋ ਬ੍ਰਹਮ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਨਾਮ ਵਾਹਿਗੁਰੂ ਸਾਹਿਬ ਜੀ। ਜੈ ਸ੍ਰੀ ਮਹਲਾ ਚੌਥਾ। ਜਿਨ ਹਰਿ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਵਾਂਝਾ। ਤਿਨ ਸੁਣੀ ਦੇ ਫਿਰਹਿ ਬਿਨ ਨਾਵੈ ਹੋਏ ਖਪ ਖਪ ਮੁਏ ਰਾਜਾ। ਜਿਨ ਹਰਿ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਵਾਂਝਾ। ਤਿਨ ਸੁਣੀ ਦੇ ਫਿਰਹਿ ਬਿਨ ਨਾਵੈ ਹੋਏ ਖਪ ਖਪ ਮੁਏ ਰਾਜਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਗੁਰ ਗਿਆਨ ਦਿਓ ਮਨ ਸਮਝਾਰਹੁ। ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ। ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਦਾ। ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਤਿਲਕ ਗਏ ਗਵਾਜਾ। ਸਤਿਗੁਰ ਸ਼ਾਹ ਪਾਇਆ ਵਡ ਦਾਣਾ ਹਰ ਕੀ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਪੁਰ ਧਾਰਿਓ ਮਨ ਮਾਝਾ। ਧਰਮ ਰਾਏ ਘਰ ਕਾਗਦ ਭਾਰੇ ਜਨ ਨਾਨਕ ਲੇਖਾ ਸਮਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਪੁਰ ਧਾਰਿਓ ਮਨ ਮਾਝਾ।
ਅਵਤਾਰ ਸਿੰਘ ਮੀਰੀ ਪੀਰੀ ਵੈਲਫੇਅਰ ਕਲੱਬ ਕਢਾਣੀ ਕਲਾਂ ਵੱਲੋਂ ਚੇਅਰਮੈਨ ਕੇਵਲ ਸੇਖੋਂ ਆਪਣੇ ਆਪਣੇ ਗੁਰੂ ਪੀਰ ਨੂੰ ਮੰਨਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਧਮੋਟ ਕਲਾਂ ਵਿਖੇ ਧਮੋਟ ਕਲਾਂ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਰਦਾਰ ਦੀਪ ਸਿੰਘ ਜੀ ਸਿੱਧੂ ਜੋ ਕਿ ਜਿਨ੍ਹਾਂ ਨੂੰ ਸ਼ਹੀਦ ਦਾ ਰੁਤਬਾ ਮਿਲਿਆ, ਉਹਨਾਂ ਦੀ ਯਾਦ ਦੇ ਵਿੱਚ ਅੱਜ ਖੂਨਦਾਨ ਕੈਂਪ ਲਗਾਇਆ ਗਿਆ। ਹੁਣ ਤੱਕ 50-60 ਯੂਨਿਟ ਹੋ ਗਏ। ਅੱਜ ਕੈਂਪ ਚੱਲ ਰਿਹਾ ਹੈ। ਖਾਸ ਕੇਵਲ ਸੇਖੋਂ ਵੱਲੋਂ ਬੇਨਤੀ ਹੈ ਵੀ ਸਰਦਾਰ ਦੀਪ ਸਿੰਘ ਸਿੱਧੂ ਜੀ ਦੀ ਯਾਦ ਦੇ ਵਿੱਚ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਓ। ਖੂਨਦਾਨ ਦੇ ਕੈਂਪ ਦੇ ਵਿੱਚ ਜਿੰਨਾ ਫਰੂਟ ਜਿੰਨਾ ਦੁੱਧ ਲੱਗੂਗਾ ਤਾਂ 10 ਕੇਵਲ ਸੇਖੋਂ ਦਊਗਾ। ਕੇਵਲ ਸੇਖੋਂ ਦਾ ਨੰਬਰ 959202 23000। ਜਿੰਨੇ ਵੀ ਸ਼ਹੀਦ ਦੀ ਯਾਦ ਦੇ ਵਿੱਚ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲੱਗਣਗੇ ਤਾਂ ਫਰੂਟਾਂ ਦੀ ਸੇਵਾ ਦਾਸ ਕਰੂਗਾ। ਵੱਧ ਤੋਂ ਵੱਧ ਖੂਨਦਾਨ ਕੈਂਪ ਲਵਾਓ। ਹਰਦੀਪ ਸਿੰਘ ਸਿੱਧੂ ਹੀ ਮਿਲਿਆ ਜਿਹੜੇ ਅੱਜ ਆਪਣੇ ਸਰੀਰ ਪੱਖੋਂ ਆਪਣੇ ਵਿੱਚ ਨਹੀਂ, ਰੂਹ ਪੱਖੋਂ ਆਪਣੇ ਵਿੱਚ ਨੇ। ਆਪਾਂ ਨੇ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਹੈ। ਉਹਨਾਂ ਦੇ ਕੰਮਾਂ ਜਿਹੜੇ ਉਹਨਾਂ ਨੇ ਕੰਮ ਕਰੇ ਨੇ, ਆਪਾਂ ਨੂੰ ਸਿੱਖਿਆ ਦੇ ਕੇ ਗਏ ਨੇ। ਉਹਨਾਂ ਦੇ ਕੰਮਾਂ ਤੇ ਦਿਨ ਰਾਤ ਮਿਹਨਤ ਕਰਕੇ ਪੂਰੀ ਸੇਵਾ ਕਰਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖ ਕੇ ਉਹਨਾਂ ਦੇ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕਰਕੇ ਜਿਨ੍ਹਾਂ ਨੇ ਕਿਸਾਨਾਂ ਲਈ ਸੰਘਰਸ਼ ਕਰਕੇ ਆਪਣੀ ਸ਼ਹੀਦੀ ਦਿੱਤੀ ਆ, ਤਾਂ ਉਹਨਾਂ ਦੀ ਯਾਦ ਦੇ ਵਿੱਚ ਵੱਧ ਤੋਂ ਵੱਧ ਖੂਨਦਾਨ ਕੈਂਪ ਲਵਾਓ। ਦਾਸ ਕੋਲੋਂ ਜੇ ਕੋਈ ਸੇਵਾ ਦੀ ਲੋੜ ਆ ਤਾਂ ਸੇਵਾ ਲਈ ਹਾਜ਼ਰ ਆ। ਮੈਂ ਧਮੋਟ ਨਿਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦੀਪ ਸਿੰਘ ਸਿੱਧੂ ਸ਼ਹੀਦ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਗਾਇਆ। NRI ਵੀਰਾਂ ਦਾ, ਸਾਰੇ ਹੀ ਪਤਵੰਤਿਆਂ ਦਾ ਬਹੁਤ ਬਹੁਤ ਧੰਨਵਾਦ। ਦਾਸ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ। ਮੈਂ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਜੋ ਦੀਪ ਸਿੱਧੂ ਆਪਣੇ ਲਈ ਕਰ ਗਿਆ, ਦੇਸ਼ ਕੌਮ ਲਈ ਕੁਰਬਾਨੀ ਕਰ ਗਿਆ, ਸਿੱਖਾਂ ਲਈ ਕੁਰਬਾਨੀ ਕਰ ਗਿਆ, ਉਹ ਕਦੇ ਭੁੱਲੋ ਨਾ। ਉਹਦੇ ਚੱਲੇ ਹੋਏ ਮਾਰਗ ਤੇ, ਦੱਸੇ ਹੋਏ ਮਾਰਗ ਤੇ ਚੱਲੋ। ਦਿਨ ਰਾਤ ਇੱਕ ਕਰਕੇ ਕੁਰਬਾਨੀ ਜਿਵੇਂ ਉਹਨੇ ਦਿੱਤੀ ਆ, ਸ਼ਹੀਦ ਹੋਇਆ, ਆਪਾਂ ਨੂੰ ਉਜਾਗਰਤ ਕਰ ਗਿਆ। ਉਹਦੀਆਂ ਦਿੱਤੀਆਂ ਹੋਈਆਂ ਦੱਸੀਆਂ ਹੋਈਆਂ ਗੱਲਾਂ ਤੇ ਚੱਲ ਕੇ ਆਪਣੀ ਸਿੱਖ ਕੌਮ ਤਰੱਕੀਆਂ ਬੁਲੰਦੀਆਂ ਨੂੰ ਛੂਹੇ ਤੇ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਓ। ਨੌਜਵਾਨਾਂ ਨੂੰ ਇਹੀ ਬੇਨਤੀ ਹੈ ਬਈ ਖੂਨਦਾਨ ਕੈਂਪ ਲਵਾਓ ਤਾਂ ਕਿ ਦੀਪ ਸਿੱਧੂ ਦੀ ਯਾਦ ਤਾਜ਼ਾ ਰਹੇ। ਉਹਦੇ ਦੱਸੇ ਮਾਰਗ ਤੇ ਹੀ ਚੱਲਣਾ ਹੈ, ਤਾਂ ਹੀ ਆਪਣੀ ਸਿੱਖੀ ਦੀ ਜਿੱਤ ਹੋਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅੱਜ ਸਾਡੇ ਵਿਚਕਾਰ ਨੇ ਇੱਥੇ ਧਮੋਟ ਪਿੰਡ ਪਲਵਿੰਦਰ ਸਿੰਘ ਤਲਵਾੜਾ ਜੀ ਆਏ ਨੇ ਤੇ ਜਿਨ੍ਹਾਂ ਨੇ ਦੀਪ ਦੀ ਸਾਰੀ ਜ਼ਿੰਦਗੀ ਬਾਰੇ ਚਾਨਣਾ ਪਾਇਆ। ਤੇ ਮੈਂ ਇਹਨਾਂ ਬਾਰੇ ਦੱਸਣਾ ਚਾਹੁੰਦਾ ਵੀ ਤਲਵਾੜਾ ਸਾਹਿਬ ਨੇ ਸਾਨੂੰ ਪਹਿਲੀ ਵਾਰੀ ਸੰਭੂ ਬਾਰਡਰ ਦੇ ਉੱਤੇ ਦੀਪ ਸਿੱਧੂ ਨਾਲ ਮਿਲਵਾਇਆ ਸੀ। ਉਹ ਦਿਨ ਤੇ ਅੱਜ ਦਾ ਦਿਨ, ਜਦੋਂ ਤੱਕ ਵੀ ਅਸੀਂ ਸੰਘਰਸ਼ ਦੇ ਵਿੱਚ ਜਾਂਦੇ ਰਿਹਾ ਤੇ ਦੀਪ ਭਾਈ ਦਾ ਸਾਥ ਰਿਹਾ ਨਾਲ, ਤੇ ਉਹਦੇ ਨਾਲ ਅਸੀਂ ਰਾਤਾਂ ਨੂੰ ਤੰਬੂਆਂ ਦੇ ਵਿੱਚ ਵੀ ਰਹੇ, ਗੱਡੀਆਂ 'ਚ ਸਫ਼ਰ ਕੀਤਾ।
ਸੁਭਾਅ ਪੱਖੋਂ ਹੁਣ ਮੈਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਸਾਰਾ ਪੰਜਾਬ ਕੀ ਸਾਰਾ ਵਰਲਡ ਗਵਾਹੀ ਭਰਦਾ ਵੀ ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀਗਾ ਤੇ ਕਿੰਨਾ ਉਹਨਾਂ ਦੇ ਹੁਣ ਇਕੱਠ ਹੋ ਰਿਹਾ, ਉਹਨਾਂ ਦੀ ਸੋਚ ਨੂੰ ਕਿੰਨੀ ਸਜਦਾ ਕਰਦੇ ਨੇ ਲੋਕ, ਵੱਧ ਚੜ੍ਹ ਕੇ ਪ੍ਰੋਗਰਾਮ ਹੋ ਰਹੇ ਨੇ। ਅੱਜ ਵੀ ਦੇਖੋ ਕਿੰਨਾ ਇਕੱਠ ਹੋਇਆ ਇੱਥੇ ਧਮੋਟ ਕਲਾਂ ਦੇ ਵਿੱਚ। ਤਲਵਾੜਾ ਸਾਹਿਬ ਇਹ ਬਿਆਨਤੋਣੀ ਨੇ ਇਹਨਾਂ ਨੇ ਉਦਮ ਕਰਿਆ ਤੇ ਆਪਣੀ ਕੇਵਲ ਸੇਖੋਂ ਜੀ ਨੇ ਬਲੱਡ ਦਾ ਜਿਹੜਾ ਆਰਗੇਨਾਈਜ਼ ਕੀਤਾ, ਸਾਰਾ ਇਹ ਪ੍ਰੋਗਰਾਮ ਅਰੇਂਜ ਕੀਤਾ ਤੇ ਬੜਾ ਮੈਨੂੰ ਵਧੀਆ ਲੱਗਿਆ ਵੀ ਯਾਰ ਜੇ ਇੱਦਾਂ ਦੀ ਸੋਚ ਦੇ ਉੱਤੇ ਆਪਾਂ ਵੱਧ ਤੋਂ ਵੱਧ ਪਹਿਰਾ ਦਈਏ ਤੇ ਅਮਲ ਕਰੀਏ ਤਾਂ ਬੜਾ ਸੋਹਣਾ ਲੱਗੂਗਾ ਜੀ। ਕੀ ਮੰਨਦੇ ਹੋ ਕਿ ਉਹਨਾਂ ਦਾ ਕਤਲ ਹੋਇਆ, ਐਕਸੀਡੈਂਟ ਹੋਇਆ ਤੇ ਤੁਸੀਂ ਕਿੱਦਾਂ ਨਿਆਂ ਦਿਵਾਓਗੇ? ਦੇਖੋ ਜੀ ਗੱਲ ਤਾਂ ਇਹ ਆ ਵੀ ਜਿਹੜੇ ਹਿਸਾਬ ਨਾਲ ਨਾ ਮਾਹੌਲ ਚੱਲਦਾ ਸਰਕਾਰਾਂ ਦਾ ਤੇ ਟਕਰਾਅ ਹੋ ਰਿਹਾ ਜਿਵੇਂ, ਤੇ ਉਸ ਹਿਸਾਬ ਨਾਲ ਤਾਂ ਲੋਕ ਕਹਿ ਰਹੇ ਨੇ ਜੀ ਇਹ ਕਤਲ ਹੋਇਆ, ਪਰ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਬਿਲਕੁਲ ਨਹੀਂ ਇਹ ਗੱਲ ਖੁੱਲ੍ਹ ਕੇ ਕਹਿ ਰਿਹਾ। ਕੋਈ ਉਹਨਾਂ ਦੇ ਮੂੰਹੋਂ ਇਹ ਸ਼ਬਦ ਨਹੀਂ ਨਿਕਲਿਆ ਵੀ ਇਹ ਕਤਲ ਆ। ਉਹ ਕਹਿੰਦੇ ਨੇ ਇਹ ਸਹਿਜ ਇੱਕ ਬਸ ਐਕਸੀਡੈਂਟ ਆ ਤੇ ਵੀ ਅਸੀਂ ਇਹਨੂੰ ਗਲਤ ਨਹੀਂ ਕਹਿ ਸਕਦੇ। ਤੇ ਹੁਣ ਇੱਥੇ ਦੁਬਿਧਾ 'ਚ ਪਈ ਹੋਏ ਨੇ ਲੋਕ ਤੇ ਲੋਕਾਂ ਨੂੰ ਵੀ ਕਲੀਅਰ ਨਹੀਂ ਹੋ ਰਹੀ ਗੱਲ ਵੀ ਇਹ ਕਤਲ ਸੀ, ਪਰ ਜਿਹੜੇ ਹਿਸਾਬ ਨਾਲ ਮਾਹੌਲ ਸੀ ਉੱਥੋਂ ਲੱਗਦਾ ਵੀ ਕੁਛ ਨਾ ਕੁਛ ਗੜਬੜ ਜ਼ਰੂਰ ਹੈਗੀ ਹੈ ਜੀ। ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਤਾਂ ਹੁਣ ਗੱਲ ਇਹ ਹੈ ਜੀ, ਪ੍ਰਸ਼ਾਸਨ ਦੇ ਉੱਤੇ ਭਰੋਸਾ ਲੋਕਾਂ ਦਾ ਬਹੁਤ ਘਟਿਆ ਹੋਇਆ। ਤੁਸੀਂ ਦੇਖਦੇ ਹੀ ਹੋ ਵੀ ਹੁਣ ਗਵਰਨਮੈਂਟ ਚੁਣਨ ਨੂੰ ਲੋਕਾਂ ਦਾ ਕਿੰਨਾ ਜ਼ੋਰ ਲੱਗਿਆ ਪਿਆ ਵੀ ਹਾਂ ਪ੍ਰਸ਼ਾਸਨ ਆਪਣਾ ਸਹੀ ਕੰਮ ਕਰੇ, ਸਹੀ ਸਰਕਾਰਾਂ ਆਉਣ। ਪ੍ਰਸ਼ਾਸਨ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਜੀ। ਪਰ ਮੇਰੀ ਬੇਨਤੀ ਆ ਪ੍ਰਸ਼ਾਸਨ ਜਾਂ ਹੋਰ ਜਿੰਨਾ ਵੀ ਮਹਿਕਮੇ ਹੈਗੇ ਨੇ ਸਾਰੇ ਇਮਾਨਦਾਰੀ ਨਾਲ ਆਪਣਾ ਕੰਮ ਕਰਨ। ਮੈਂ ਕਹਿੰਦਾ ਪੰਜਾਬ ਦੀ ਨੁਹਾਰ ਬਦਲ ਜੂਗੀ ਜੀ। ਵੱਖ-ਵੱਖ ਥਾਵਾਂ ਤੇ ਕੇਵਲ ਸੇਖੋਂ ਜੀ ਤੁਹਾਡੇ ਪਿੰਡ ਤੋਂ ਖੂਨਦਾਨ ਕੈਂਪ ਲਾ ਰਹੇ ਨੇ। ਦੀਪ ਸਿੱਧੂ ਦੀ ਖੂਨਦਾਨ ਕੈਂਪ ਲੱਗਿਆ ਜੀ ਤੇ ਤੁਸੀਂ ਕੀ ਖੂਨ ਦੇ? ਹਾਂਜੀ ਤੇ ਨਹੀਂ ਇਹ ਕੇਵਲ ਸੇਖੋਂ ਜੀ ਇਕੱਲਾ ਬਲੱਡ ਦਾ ਨਹੀਂ ਮੈਂ ਮੰਨਦਾ, ਹੋਰ ਵੀ ਜਿੰਨੇ ਸਮਾਜ ਸੇਵੀ ਕੰਮ ਨੇ ਉਹਨਾਂ ਦੇ ਵਿੱਚ ਬੜਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਤੇ ਸਾਡੇ ਪਿੰਡ ਦੀ ਇਹ ਵਧੀਆ ਹਸਤੀ ਨੇ। ਤੇ ਪਹਿਲਾਂ ਇਹਨਾਂ ਨੇ ਗਾਇਕੀ ਦੇ ਵਿੱਚ ਵਧੀਆ ਨਾਮ ਬਣਾਇਆ ਤੇ ਉਦੋਂ ਪਿੱਛੋਂ ਸਮਾਜ ਸੇਵੀ ਕੰਮਾਂ ਦੇ ਵਿੱਚ ਤੇ ਮੈਨੂੰ ਬੜਾ ਮਾਣ ਹੈ ਜੀ ਇਹਨਾਂ ਤੇ ਵੀ ਜਿਵੇਂ ਇਹ ਕੰਮ ਕਰਦੇ ਨੇ ਤੇ ਹਰ ਇੱਕ ਬੰਦੇ ਨੂੰ ਮੂਹਰੇ ਆਉਣਾ ਚਾਹੀਦਾ, ਅੱਗੇ ਆਉਣਾ ਚਾਹੀਦਾ। ਜਿਹੜੇ ਬਲੱਡ ਦੇ ਡੋਨੇਸ਼ਨ ਦੇ ਕੈਂਪ ਨੇ ਉਹ ਲਗਾਤਾਰ ਇਸੇ ਤਰ੍ਹਾਂ ਉਹਦੀ ਯਾਦ ਦੇ ਵਿੱਚ ਜਾਰੀ ਰਹਿਣਗੇ, ਕਿਉਂਕਿ ਇੱਕ ਸੱਚੀ ਸੁੱਚੀ ਜਿਹੜੀ ਸ਼ਰਧਾਂਜਲੀ ਆ ਸਾਨੂੰ ਸੰਦੀਪ ਸਿੱਧੂ ਦੀ ਯਾਦ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਦੇਣ ਆ ਖੂਨਦਾਨ ਕੈਂਪਾਂ ਦੀ, ਇਹ ਬਹੁਤ ਵੱਡੀ ਸ਼ਰਧਾਂਜਲੀ ਹੋਊਗੀ। ਕਿਉਂਕਿ ਨੌਜਵਾਨ ਜਿਹੜੀ ਵਰਗ ਆ ਉਹਨੂੰ ਇੱਕ ਸੋਚ ਦੇ ਕੇ ਗਏ ਨੇ ਸੰਦੀਪ ਸਿੱਧੂ ਜੀ, ਔਰ ਉਹ ਸੋਚ ਤੇ ਜਿਹੜਾ ਪਹਿਰਾ ਦੇਣਾ ਉਹ ਆਪਣੇ ਨੌਜਵਾਨਾਂ ਦਾ ਹੁਣ ਫਰਜ਼ ਬਣਦਾ, ਕਿਉਂਕਿ ਉਹ ਸੋਚ ਦੀ ਇੱਕ ਬਹੁਤ ਵੱਡੀ ਸੋਚ ਸੀਗੀ ਸੰਦੀਪ ਸਿੱਧੂ। ਜਿਹੜੇ ਲੋਕ ਉਹਨਾਂ ਨੂੰ ਨੇੜੇ ਤੋਂ ਜਾਣਦੇ ਆ ਉਹਨਾਂ ਨੂੰ ਪਤਾ ਉਹਨਾਂ ਦੇ ਬਾਰੇ, ਤੇ ਬਹੁਤ ਵਧੀਆ ਉਪਰਾਲਾ ਕੀਤਾ ਅੱਜ ਧਮੋਟ ਕਲਾਂ ਦੇ ਵਾਸੀਆਂ ਨੇ, ਔਰ ਬਹੁਤ ਵਧਾਈ ਦੇ ਪਾਤਰ ਨੇ। ਔਰ ਬਹੁਤ ਜਿਹੜੇ ਸੰਗਤਾਂ ਆਈਆਂ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ। ਤੇ ਜਿਹੜੇ ਨੌਜਵਾਨਾਂ ਨੇ ਖੂਨਦਾਨ ਕੀਤਾ ਅੱਜ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ, ਔਰ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਵੀ ਸਾਡੀਆਂ ਸੰਸਥਾਵਾਂ ਦਾ ਇਸ ਤਰ੍ਹਾਂ ਉਹ ਸਾਥ ਦਿੰਦੇ ਰਹਿਣਗੇ ਅਤੇ ਖੂਨਦਾਨ ਜਿਹੜਾ ਹੈਗਾ ਉਹ ਵੱਧ ਤੋਂ ਵੱਧ ਕਰਦੇ ਰਹਿਣਗੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਪਿੰਡ ਧਮੋਟ ਕਲਾਂ ਦੇ ਵਾਸੀਆਂ ਨੇ ਇੱਕ ਬਹੁਤ ਹੀ ਜਲਦਬਾਜ਼ੀ 'ਚ ਇੱਕ ਛੋਟਾ ਜਿਹਾ ਬਾਈ ਦੀਪ ਸਿੱਧੂ ਦੀ ਯਾਦ 'ਚ ਉਹਦੀ ਅੰਤਮ ਅਰਦਾਸ ਕਰਵਾਉਣ ਦਾ ਫੈਸਲਾ ਲਿਆ ਸੀ, ਜੋ ਉਹ ਅੱਜ ਧਮੋਟ ਕਲਾਂ ਦੇ ਵਾਸੀਆਂ ਨੇ ਇੱਕ ਐਡਾ ਵਧੀਆ ਕਾਰਜ ਰਚਿਆ ਵੀ ਜਿਹੜਾ ਉਹਨੂੰ ਸਹੀ ਅੰਤਮ ਅਰਦਾਸ 'ਚ ਜੋ ਸ਼ਰਧਾਂਜਲੀ ਦਿੱਤੀ ਗਈ। ਇਸ ਪਿੰਡ ਵਿੱਚ ਨਾਲ ਤਾਂ ਉਹ ਸਮਾਗਮ ਹੋਇਆ, ਸਰਦਾਰ ਪਲਵਿੰਦਰ ਸਿੰਘ ਤਲਵਾੜਾ ਨੇ ਵਿੱਚ ਹਾਜ਼ਰੀ ਲਵਾ ਕੇ ਬੂਟਾ ਸਿੰਘ ਰੈਪਰ ਤੇ ਹੋਰ ਸਾਰੇ ਹੀ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਇਸ ਸਮਾਗਮ 'ਚ ਸ਼ਾਮਲ ਹੋਏ ਜੀ। ਉਹਨੂੰ ਸੱਚੀ ਸ਼ਰਧਾਂਜਲੀ ਦਿੱਤੀ ਤੇ ਧਮੋਟ ਕਲਾਂ ਵਿਖੇ ਜੋ ਇਹ ਸੰਸਥਾ ਵੱਲੋਂ ਸਾ ਕੇਵਲ ਸਿੰਘ ਜੀ ਸੇਖੋਂ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ, ਖੂਨਦਾਨ ਕੈਂਪ ਲਾਇਆ ਗਿਆ ਜੀ, ਜਿੱਥੇ ਇਲਾਕੇ ਦੇ ਨੌਜਵਾਨਾਂ ਨੇ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਹੋ ਕੇ ਇੱਕ ਐਡਾ ਸੋਹਣਾ ਤੇ ਉੱਤਮ ਕਾਰਜ ਕੀਤਾ, ਜਿਹੜਾ ਖੂਨਦਾਨ ਕੈਂਪ 'ਚ ਖੂਨਦਾਨ ਕਰਨ ਦਾ ਰਿਕਾਰਡ ਤੋੜਿਆ। ਮੇਰਾ ਖਿਆਲ ਆ ਵੀ 70-80 ਬੋਤਲਾਂ ਹੁਣ ਤੱਕ ਹੋ ਗਈਆਂ, ਉਮੀਦ ਆ ਵੀ 100-150 ਤੱਕ ਇਹ ਅੱਜ ਇਹ ਕੈਂਪ 'ਚ ਖੂਨਦਾਨ ਹੋਵੇਗਾ, ਜੋ ਕਿ ਬਹੁਤ ਹੀ ਵੱਡਾ ਕਾਰਜ ਹੈ। ਇਹ ਜਿਹੜਾ ਸਾਰਾ ਸਿਹਰਾ ਪਿੰਡ ਧਮੋਟ ਕਲਾਂ ਦੇ ਵਸਨੀਕਾਂ ਨੂੰ ਜਾਂਦਾ, ਜਿਨ੍ਹਾਂ ਨੇ ਇੰਨੀ ਸੋਹਣੀ ਤੇ ਉਹਦੀ ਦੀਪ ਸਿੱਧੂ ਦੀ ਯਾਦ 'ਚ ਸਮਰਪਿਤ ਇਹ ਬਹੁਤ ਹੀ ਵਧੀਆ ਸਮਾਜ ਸੇਵਾ ਦਾ ਕਾਰਜ ਕੀਤਾ ਜੀ। ਨਾਲੇ ਉਹ ਸਾਡੇ ਕੌਮ ਦੇ ਯੋਧੇ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਆ। ਸੋ ਫਿਰ ਮੈਂ ਸਾਰੇ ਪਿੰਡ ਵਾਸੀਆਂ ਦਾ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।